ਕੋਠੇ ਵਾਲੀਆਂ ਔਰਤਾਂ ਆਪਣੀ ਧੁੰਨੀ ਵਿੱਚ ਲਸਣ ਦਾ ਰਸ ਕਿਉਂ ਪਾਉਂਦੀਆਂ ਹਨ? ਮੈਂ ਇਹ ਪੁੱਛਣ ਲਈ ਜਦੋਂ ਬੇਗਮ ਜਾਨ ਕੋਲ ਗਈ ਤਾਂ ਉਹ ਮੇਰਾ ਨਾਮ ਸਿਮਰਨ ਸੀ। ਮੈਂ ਆਪਣੀ ਚਾਚੀ ਦੇ ਨਾਲ ਰਹਿੰਦੀ ਸੀ। ਮੇਰੀ ਚਾਚੀ ਮੇਰੇ ਲਈ ਨਾਸ਼ਤਾ ਬਣਾਉਣ ਵਿੱਚ ਰੁੱਝੀ ਹੋਈ ਸੀ। ਉਹਨਾਂ ਦਾ ਛੋਟਾ ਭਰਾ ਇਆਨ ਮੇਰੇ ਸਾਹਮਣੇ ਬੈਠਾ ਸੀ। ਉਸ ਦੀਆਂ ਨਜ਼ਰਾਂ ਮੇਰੇ 'ਤੇ ਟਿਕੀਆਂ ਹੋਈਆਂ ਸਨ, ਜੋ ਮੈਨੂੰ ਖੁਸ਼ ਕਰ ਰਹੀਆਂ ਸੀ, ਕਿਉਂਕਿ ਮੈਨੂੰ ਇਆਨ ਮੇਰੀ ਚਾਚੀ ਦਾ ਭਰਾ ਪਸੰਦ ਸੀ। ਉਹ ਇੱਥੇ ਆਉਂਦਾ ਰਹਿੰਦਾ ਸੀ ਅਤੇ ਉਹ ਵੀ ਮੈਨੂੰ ਬਹੁਤ ਪਸੰਦ ਕਰਦਾ ਸੀ। ਮੈਂ 17 ਸਾਲ ਦੀ ਸੀ। ਮੈਨੂੰ ਇਆਨ ਨਾਲ ਪਿਆਰ ਹੋ ਗਿਆ। ਮੈਨੂੰ ਛੋਟੀ ਉਮਰ 'ਚ ਹੀ ਉਸ ਨਾਲ ਪਿਆਰ ਹੋ ਗਿਆ ਸੀ। ਉਹ ਮੇਰੇ ਲਈ ਵੀ ਅਜਿਹੀ ਭਾਵਨਾ ਰੱਖਦਾ ਸੀ। ਮੈਨੂੰ ਬਿਲਕੁਲ ਵੀ ਨਹੀਂ ਸੀ ਪਤਾ ਕਿ ਅੱਜ ਦਾ ਸੂਰਜ ਮੇਰੀ ਜ਼ਿੰਦਗੀ ਵਿੱਚ ਹਨੇਰਾ ਕਰ ਦੇਵੇਗਾ। ਅੱਜ ਤੋਂ ਬਾਅਦ ਮੇਰੀ ਜ਼ਿੰਦਗੀ ਪੂਰੀ ਬਦਲਣ ਵਾਲੀ ਸੀ। 2 ਦਿਨਾਂ ਵਿੱਚ ਹੀ ਚਾਚੀ ਦਾ ਵਿਵਹਾਰ ਬਦਲਣ ਵਾਲਾ ਸੀ। ਮੇਰੀ ਮਾਂ ਅਤੇ ਪਿਤਾ ਜੀ ਬਚਪਨ ਵਿੱਚ ਹੀ ਗੁਜ਼ਰ ਗਏ ਸਨ। ਉਹ ਮੈਨੂੰ ਬਹੁਤ ਪਿਆਰੇ ਸਨ। ਮੇਰਾ ਕੋਈ ਭੈਣ ਜਾਂ ਭਰਾ ਨਹੀਂ ਸੀ। ਮੇਰੀ ਚਾਚੀ ਮਾਂ ਦੀ ਥਾਂ ਨਹੀਂ ਲੈ ਸਕੀ, ਪਰ ਉਹਨਾਂ ਨੇ ਮੈਨੂੰ ਇੱਜ਼ਤ ਦੀ ਛੱਤ ਵੀ ਦਿੱਤੀ ਸੀ। ਕੰਮ ਕਰਦੇ ਸਮੇਂ ਮੈਨੂੰ ਸਮੇਂ ਦਾ ਅਹਿਸਾਸ ਹੀ ਨਾ ਹੋਇਆ। ਦੁਪਹਿਰ ਹੋ ਚੁੱਕੀ ਸੀ। ਆਂਟੀ ਆਪਣੇ ਕਮਰੇ ਵਿੱਚ ਆਰਾਮ ਕਰਨ ਲਈ ਚਲੀ ਗਈ। ਮੈਂ ਰਸੋਈ ਸਾਫ਼ ਕਰਨ ਲਈ ਰਸੋਈ ਵਿੱਚ ਚਲੀ ਗਈ। ਉਦੋਂ ਹੀ ਦਰਵਾਜ਼ੇ ਦੀ ਘੰਟੀ ਵੱਜੀ। ਜਿਵੇਂ ਹੀ ਮੈਂ ਦਰਵਾਜ਼ੇ ਕੋਲ ਗਈ, ਇੱਕ ਅਜੀਬ ਲੰਮਾ ਆਦਮੀ ਦਰਵਾਜ਼ੇ 'ਤੇ ਖੜਾ ਸੀ, ਜਿਸ ਦੀਆਂ ਅੱਖਾਂ ਮੈਨੂੰ ਵਿੰਨ੍ਹ ਰਹੀਆਂ ਸਨ। ਮੈਂ ਉਹਨੂੰ ਦੇਖਦੇ ਹੀ ਝੱਟ ਆਪਣੇ ਕੱਪੜੇ ਠੀਕ ਕਰ ਲਏ। ਮੈਂ ਬਹੁਤ ਸੋਹਣੀ ਸੀ ਅਤੇ ਕਈ ਵਾਰ ਇਸ ਗੱਲ ਨੇ ਮੈਨੂੰ ਬਹੁਤ ਪਰੇਸ਼ਾਨ ਵੀ ਕੀਤਾ ਸੀ। ਮੈਂ ਜਿੱਥੇ ਵੀ ਜਾਂਦੀ, ਮੁੰਡੇ ਮੈਨੂੰ ਧਿਆਨ ਨਾਲ ਦੇਖਦੇ। ਉਹ ਆਦਮੀ ਮੈਨੂੰ ਮੇਰੀ ਚਾਚੀ ਬਾਰੇ ਪੁੱਛਣ ਲੱਗਿਆ। ਮੈਂ ਦਰਵਾਜ਼ਾ ਬੰਦ ਕਰਨ ਲੱਗੀ ਤਾਂ ਉਸ ਆਦਮੀ ਨੇ ਦਰਵਾਜ਼ੇ 'ਤੇ ਆਪਣਾ ਹੱਥ ਰੱਖਿਆ ਅਤੇ ਕਹਿਣ ਲੱਗਿਆ, ਦਰਵਾਜ਼ਾ ਬੰਦ ਕਰਨ ਦੀ ਲੋੜ ਨਹੀਂ, ਮੈਂ ਤੁਹਾਡੇ ਲਈ ਕੋਈ ਅਣਜਾਣ ਨਹੀਂ ਹਾਂ, ਜਾ ਕੇ ਆਪਣੀ ਚਾਚੀ ਨੂੰ ਬੁਲਾਓ। ਮੈਨੂੰ ਬਹੁਤ ਅਜੀਬ ਲੱਗਿਆ, ਪਰ ਮੈਂ ਤੁਰੰਤ ਅੰਦਰ ਭੱਜੀ ਅਤੇ ਇਸ ਬਾਰੇ ਚਾਚੀ ਨੂੰ ਦੱਸਿਆ ਕਿ ਇੱਕ ਆਦਮੀ ਦਰਵਾਜ਼ੇ 'ਤੇ ਖੜ੍ਹਾ ਹੈ। ਇਹ ਸੁਣਦੇ ਹੀ ਚਾਚੀ ਦਾ ਚਿਹਰੇ ਦਾ ਰੰਗ ਬਦਲ ਗਿਆ। ਉਹ ਕਹਿਣ ਲੱਗੀ, ਮੈਨੂੰ ਦਰਵਾਜ਼ੇ 'ਤੇ ਜਾਣ ਦੀ ਲੋੜ ਨਹੀਂ, ਜਾ ਕੇ ਰਸੋਈ 'ਚ ਕੰਮ ਖਤਮ ਕਰ। ਉਹਨਾਂ ਦੀ ਗੱਲ ਸੁਣ ਕੇ ਮੈਂ ਰਸੋਈ ਵਿੱਚ ਪਹੁੰਚ ਗਈ ਸੀ ਅਤੇ ਚਾਚੀ ਦਰਵਾਜ਼ੇ ਵੱਲ ਤੁਰ ਪਈ। ਫਿਰ ਮੈਨੂੰ ਚਾਚੀ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਉਸ ਬੰਦੇ ਨਾਲ ਗੱਲਾਂ ਕਰ ਰਹੀ ਸੀ ਉਹ। ਮੈਨੂੰ ਸਮਝ ਤਾਂ ਨਹੀਂ ਆ ਰਹੀ ਸੀ ਕਿ ਉਹ ਕਿਸ ਬਾਰੇ ਗੱਲਾਂ ਕਰ ਰਹੇ ਹਨ, ਪਰ ਅਜਿਹਾ ਕੁਝ ਜ਼ਰੂਰ ਸੀ ਜੋ ਬਹੁਤ ਹੀ ਚੁੱਪਚਾਪ ਹੋ ਰਿਹਾ ਸੀ ਅਤੇ ਮੈਂ ਸੋਚ ਰਹੀ ਸੀ ਕਿ ਚਾਚੀ ਇਸ ਬੰਦੇ ਨਾਲ ਕੀ ਗੱਲ ਕਰ ਰਹੀ ਹੈ। ਇਹ ਆਦਮੀ ਕੌਣ ਹੈ ਜੋ ਚਾਚੀ ਨਾਲ ਗੱਲਾਂ ਕਰ ਰਿਹਾ ਹੈ? ਥੋੜੀ ਦੇਰ ਹੋਈ ਸੀ ਜਦੋਂ ਚਾਚੀ ਮੇਰੇ ਕੋਲ ਆਈ ਅਤੇ ਕਹਿਣ ਲੱਗੀ, ਇਸ ਆਦਮੀ ਬਾਰੇ ਆਪਣੇ ਚਾਚੇ ਜਾਂ ਮੇਰੇ ਭਰਾ ਇਆਨ ਨੂੰ ਕੁਝ ਦੱਸਣ ਦੀ ਲੋੜ ਨਹੀਂ। ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ। ਚਾਚਾ ਜੀ ਰੋਜ਼ ਸਵੇਰੇ ਸ਼ਹਿਰ ਵਿੱਚ ਕੰਮ ਕਰਨ ਲਈ ਜਾਂਦੇ ਅਤੇ ਰਾਤ ਨੂੰ ਹੀ ਘਰ ਵਾਪਸ ਆਉਂਦੇ ਸੀ, ਪਰ ਉਹ ਦਿਨ ਵਿੱਚ ਕਈ ਵਾਰੀ ਚਾਚੀ ਨੂੰ ਫੋਨ ਜ਼ਰੂਰ ਕਰਦੇ ਸੀ ਅਤੇ ਮੇਰਾ ਹਾਲ ਚਾਲ ਵੀ ਪੁੱਛਦੇ ਸਨ। ਚਾਚਾ ਚਾਚੀ ਦੇ ਆਪਣੇ ਕੋਈ ਬੱਚਾ ਨਹੀਂ ਸੀ, ਇਸ ਲਈ ਚਾਚਾ ਜੀ ਮੈਨੂੰ ਆਪਣੀ ਧੀ ਵਾਂਗ ਸਮਝਦੇ ਸੀ ਅਤੇ ਚਾਚਾ ਜੀ ਮੇਰਾ ਖਿਆਲ ਵੀ ਬਹੁਤ ਰੱਖਦੇ ਸੀ। ਇਸ ਲਈ ਚਾਚੀ ਨੇ ਮੈਨੂੰ ਸਖਤੀ ਨਾਲ ਸਮਝਾਇਆ ਕਿ ਮੈਂ ਉਹਨਾਂ ਨੂੰ ਕੁਝ ਨਹੀਂ ਦੱਸਣਾ। ਪਰ ਮੇਰੇ ਦਿਲ ਵਿੱਚ ਦਿਲਚਸਪੀ ਪੈਦਾ ਹੋ ਗਈ ਕਿ ਇਹ ਆਦਮੀ ਕੌਣ ਸੀ ਜਿਸ ਨੂੰ ਚਾਚੀ ਸਾਰਿਆਂ ਤੋਂ ਲੁਕਾਉਣਾ ਚਾਹੁੰਦੀ ਸੀ। ਮੈਨੂੰ ਤਾਂ ਬਦਮਾਸ਼ ਲੱਗ ਰਿਹਾ ਸੀ, ਪਰ ਮੇਰੀ ਚਾਚੀ ਦਾ ਉਹਦੇ ਨਾਲ ਕੀ ਸੰਬੰਧ ਸੀ? ਚਾਚੀ ਦੀ ਗੱਲ ਸੁਣ ਕੇ ਮੈਂ ਆਪਣਾ ਮੂੰਹ ਬੰਦ ਕਰ ਲਿਆ। ਨਾ ਹੀ ਮੈਂ ਇਆਨ ਨੂੰ ਇਸ ਬਾਰੇ ਕੁਝ ਦੱਸਿਆ ਅਤੇ ਨਾ ਹੀ ਚਾਚਾ ਜੀ ਨੂੰ। ਮੇਰਾ ਮੰਨਣਾ ਸੀ ਅੱਜ ਨਹੀਂ ਤਾਂ ਕੱਲ੍ਹ ਸਭ ਨੂੰ ਆਪ ਹੀ ਪਤਾ ਲੱਗ ਜਾਵੇਗਾ। ਕੋਈ ਗੱਲ ਬਹੁਤੀ ਚਿਰ ਲੁਕਾਇਆ ਨਹੀਂ ਜਾ ਸਕਦੀ। ਉਸੇ ਰਾਤ ਇਆਨ ਮੇਰੇ ਕਮਰੇ ਵਿੱਚ ਆਇਆ ਅਤੇ ਕਹਿਣ ਲੱਗਿਆ ਕਿ ਜਲਦੀ ਹੀ ਮੈਂ ਭੈਣ ਨਾਲ ਰਿਸ਼ਤੇ ਬਾਰੇ ਗੱਲ ਕਰਾਂਗਾ। ਇਆਨ ਦੀ ਗੱਲ ਸੁਣ ਕੇ ਮੈਂ ਹੱਸ ਪਈ, ਕਿਉਂਕਿ ਮੈਂ ਸਿਰਫ 17 ਸਾਲ ਦੀ ਸੀ ਅਤੇ ਉਹ 23 ਸਾਲ ਦਾ। ਅਜੇ ਉਸ ਨੂੰ ਪੱਕੀ ਨੌਕਰੀ ਵੀ ਨਹੀਂ ਸੀ ਮਿਲੀ। ਉਹ ਥੋੜ੍ਹੇ ਪੈਸੇ ਕਮਾਉਂਦਾ ਸੀ, ਪਰ ਇਆਨ ਦਾ ਕਹਿਣਾ ਸੀ ਕਿ ਕੁਝ ਅਜਿਹੀਆਂ ਗੱਲਾਂ ਹਨ ਜਿਸ ਕਾਰਨ ਉਹ ਜਲਦੀ ਹੀ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ। ਉਹ ਹਰ ਰੋਜ਼ ਆਪਣੇ ਲਈ ਚੰਗੀ ਨੌਕਰੀ ਦੀ ਭਾਲ ਕਰ ਰਿਹਾ ਹੈ ਅਤੇ ਫਿਰ ਉਹ ਨੌਕਰੀ ਮਿਲਣ ਤੋਂ ਬਾਅਦ ਮੇਰੇ ਨਾਲ ਦੂਜੇ ਸ਼ਹਿਰ ਵਿੱਚ ਸ਼ਿਫਟ ਹੋ ਜਾਵੇਗਾ। ਮੈਂ ਉਸ ਨੂੰ ਕਿਹਾ, ਜੇ ਚਾਚੀ ਮੰਨ ਗਈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ। ਉਹ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਇਆ। ਦਿਨ ਸੁੱਖ ਨਾਲ ਬੀਤ ਗਿਆ। ਕੁਝ ਦਿਨਾਂ ਬਾਅਦ ਉਹ ਆਦਮੀ ਫੇਰ ਸਾਡੇ ਘਰੇ ਆਇਆ। ਇਸ ਵਾਰ ਉਹ ਦਰਵਾਜ਼ੇ ਰਾਹੀਂ ਘਰ ਦੇ ਅੰਦਰ ਚਲਾ ਗਿਆ। ਚਾਚੀ ਨੇ ਉਹਨੂੰ ਕਮਰੇ ਵਿੱਚ ਬਿਠਾਇਆ। ਮੈਂ ਰਸੋਈ ਵਿੱਚ ਸੀ। ਜਦੋਂ ਅਚਾਨਕ ਚਾਚੀ ਰਸੋਈ ਵਿੱਚ ਆਈ, ਉਹਨਾਂ ਨੇ ਇੱਕ ਲਸਣ ਲਿਆ ਅਤੇ ਮੈਨੂੰ ਕਹਿਣ ਲੱਗੀ, ਤੈਨੂੰ ਮੇਰੇ ਕਮਰੇ ਵੱਲ ਆਉਣ ਦੀ ਕੋਈ ਲੋੜ ਨਹੀਂ।
ਮੈਂ ਬੜੀ ਹੈਰਾਨੀ ਨਾਲ ਮੇਰੇ ਚਾਚੀ ਦੇ ਹੱਥ ਵਿੱਚ ਲਸਣ ਦੇਖਿਆ। ਚੁੱਪਚਾਪ ਕਮਰੇ ਵਿੱਚ ਵਾਪਸ ਚਲੀ ਗਈ ਅਤੇ ਕਮਰੇ ਦਾ ਦਰਵਾਜ਼ਾ ਬੰਦ ਹੋਣ ਦੀ ਆਵਾਜ਼ ਸੁਣਾਈ ਦਿੱਤੀ। 1 ਘੰਟਾ ਐਵੇਂ ਲੰਘ ਗਿਆ। ਥੋੜੀ ਦੇਰ ਬਾਅਦ ਚਾਚੀ ਨੇ ਠੰਡਾ ਪਾਣੀ ਲਿਆਉਣ ਲਈ ਬੁਲਾਇਆ। ਜਿਵੇਂ ਹੀ ਮੈਂ ਕਮਰੇ ਦੇ ਦਰਵਾਜ਼ੇ ਕੋਲ ਗਈ, ਉਹ ਦੋਨੇ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸਨ ਤੇ ਮੈਨੂੰ ਦੇਖਦੇ ਹੀ ਚੁੱਪ ਹੋ ਗਏ। ਮੇਰੀ ਨਜ਼ਰ ਆਪਣੇ ਆਪ ਹੀ ਚਾਚੀ ਤੇ ਰੁਕ ਗਈ, ਕਿਉਂਕਿ ਉਸ ਦੀ ਹਾਲਤ ਕੁਝ ਬਦਲੀ ਹੋਈ ਸੀ। ਉਹਨਾਂ ਦੇ ਵਾਲ ਖਰਾਬ ਸਨ ਤੇ ਕੱਪੜੇ ਵੀ ਅਜੀਬ ਹਾਲਤ ਵਿੱਚ ਸਨ। ਮੈਨੂੰ ਦੇਖ ਉਹ ਆਦਮੀ ਚਾਚੀ ਨੂੰ ਕਹਿਣ ਲੱਗਿਆ, ਇਹ ਤੁਹਾਡੀ ਧੀ ਹੈ? ਬਹੁਤ ਸੋਹਣੀ ਤੇ ਜਵਾਨ ਹੈ। ਤੁਸੀਂ ਇਸ ਦੇ ਵਿਆਹ ਬਾਰੇ ਕਿਉਂ ਨਹੀਂ ਸੋਚਦੇ? ਹੁਣ ਤੁਹਾਨੂੰ ਆਸਾਨੀ ਨਾਲ ਰਿਸ਼ਤਾ ਮਿਲ ਜਾਵੇਗਾ। ਉਸ ਤੋਂ ਬਾਅਦ ਉਹ ਆਦਮੀ ਵਾਪਸ ਚਲਾ ਗਿਆ। ਚਾਚੀ ਨੇ ਮੈਨੂੰ ਸਮਝਾਇਆ ਕਿ ਚਾਚਾ ਜੀ ਨੂੰ ਇਸ ਬਾਰੇ ਕੁਝ ਨਾ ਦੱਸੀ, ਪਰ ਅਚਾਨਕ ਉਸੇ ਪਲ ਅਯਾਨ ਸਿਹਤ ਖਰਾਬ ਹੋਣ ਕਾਰਨ ਘਰ ਆ ਗਿਆ। ਉਸਨੇ ਉਸ ਆਦਮੀ ਨੂੰ ਘਰੋਂ ਨਿਕਲਦੇ ਦੇਖਿਆ। ਉਹ ਝੱਟ ਮੇਰੇ ਕੋਲ ਆਇਆ ਤੇ ਪੁੱਛਣ ਲੱਗਿਆ, ਇਹ ਆਦਮੀ ਕੌਣ ਸੀ ਤੇ ਇੱਥੇ ਕਿਉਂ ਆਇਆ ਸੀ? ਮੈਂ ਆਪਣਾ ਸਿਰ ਹਿਲਾਇਆ ਅਤੇ ਕਿਹਾ, ਮੈਂ ਇਸ ਆਦਮੀ ਬਾਰੇ ਕੁਝ ਨਹੀਂ ਜਾਣਦੀ। ਅਯਾਨ ਸਿੱਧਾ ਚਾਚੀ ਦੇ ਕਮਰੇ ਵਿੱਚ ਗਿਆ ਤੇ ਫਿਰ ਪਤਾ ਨਹੀਂ ਅਚਾਨਕ ਕੀ ਹੋ ਗਿਆ, ਦੋਹਾਂ ਦੀਆਂ ਉੱਚੀਆਂ ਉੱਚੀਆਂ ਆਵਾਜ਼ਾਂ ਆਉਣ ਲੱਗ ਪਈਆਂ। ਮੈਨੂੰ ਨਹੀਂ ਪਤਾ ਉਹਨਾਂ ਵਿਚਕਾਰ ਕੀ ਚੱਲ ਰਿਹਾ ਸੀ। ਇਹ ਯਕੀਨ ਸੀ ਕੋਈ ਵੱਡੀ ਗੱਲ ਹੈ ਤੇ ਉਹ ਅਣਜਾਣ ਆਦਮੀ ਨਾਲ ਜੁੜੀ ਹੋਈ ਹੈ। ਕੁਝ ਦੇਰ ਬਾਅਦ ਜਦੋਂ ਅਯਾਨ ਚਾਚੀ ਦੇ ਕਮਰੇ ਵਿੱਚੋਂ ਬਾਹਰ ਆਇਆ ਤਾਂ ਉਹਦਾ ਚਿਹਰਾ ਗੁੱਸੇ ਨਾਲ ਲਾਲ ਸੀ। ਉਹ ਸਿੱਧਾ ਸਟੋਰ ਰੂਮ ਵਿੱਚ ਗਿਆ ਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਉਸ ਤੋਂ ਬਾਅਦ ਚਾਚੀ ਵੀ ਆਪਣੇ ਕਮਰੇ 'ਚੋਂ ਬਾਹਰ ਨਾ ਆਈ। ਜਦੋਂ ਮੈਂ ਰਾਤ ਦੇ ਖਾਣੇ ਲਈ ਚਾਚੀ ਨੂੰ ਬੁਲਾਉਣ ਗਈ ਤਾਂ ਉਹ ਗੁੱਸੇ ਵਿੱਚ ਸੀ। ਮੈਨੂੰ ਕਹਿਣ ਲੱਗੀ ਕਿ ਤੂੰ ਜਾ ਕੇ ਖਾ ਲੈ ਅਤੇ ਫਿਰ ਸੌਂ ਜਾ। ਉਹਨਾਂ ਦਾ ਵਿਵਹਾਰ ਬਹੁਤ ਮਾੜਾ ਸੀ। ਮੈਨੂੰ ਨਹੀਂ ਪਤਾ ਕਿ ਅਯਾਨ ਨੇ ਕੀ ਹੰਗਾਮਾ ਕੀਤਾ ਸੀ ਜਿਸ ਦਾ ਗੁੱਸਾ ਮੇਰੇ ਤੇ ਨਿਕਲ ਰਿਹਾ ਸੀ। ਮੈਂ ਇਸ ਬਾਰੇ ਚਾਚੀ ਨੂੰ ਪੁੱਛਿਆ ਕਿ ਕੀ ਹੋਇਆ, ਤਾਂ ਉਹ ਕਹਿਣ ਲੱਗੀ, ਸਭ ਤੇਰੇ ਕਰਕੇ ਹੀ ਹੋਇਆ, ਇਸ ਲਈ ਹੁਣ ਬਹੁਤੀ ਬੇਕਸੂਰ ਬਣਨ ਦੀ ਲੋੜ ਨਹੀਂ ਅਤੇ ਇੱਥੋਂ ਚਲੀ ਜਾ। ਮੇਰੇ ਦਿਮਾਗ ਵਿੱਚ ਇੱਕੋ ਹੀ ਗੱਲ ਆ ਰਹੀ ਸੀ ਕਿ ਪਤਾ ਨਹੀਂ ਅਯਾਨ ਆਪਣੀ ਭੈਣ ਨਾਲ ਕਿਸ ਗੱਲ ਨੂੰ ਲੈ ਕੇ ਲੜਿਆ ਸੀ। ਅਯਾਨ ਜਦੋਂ ਵੀ ਸਾਡੇ ਘਰ ਆਉਂਦਾ ਸੀ ਉਹ ਸਟੋਰ ਰੂਮ ਵਿੱਚ ਹੀ ਰਹਿੰਦਾ ਸੀ। ਸਾਡਾ ਘਰ ਛੋਟਾ ਸੀ ਤੇ 2 ਹੀ ਕਮਰੇ ਸਨ। ਚਾਚਾ ਚਾਚੀ ਇੱਕ ਕਮਰੇ ਵਿੱਚ ਰਹਿੰਦੇ ਸੀ ਤੇ ਇੱਕ ਕਮਰੇ ਵਿੱਚ ਮੈਂ ਰਹਿੰਦੀ ਸੀ। ਇੱਕ ਛੋਟਾ ਜਿਹਾ ਸਟੋਰ ਸੀ ਜਿੱਥੇ ਅਯਾਨ ਕਈ ਵਾਰ ਠਹਿਰ ਜਾਂਦਾ ਸੀ। ਸਵੇਰ ਨੂੰ ਕੁਝ ਹੋਰ ਵੀ ਅਜੀਬ ਵਾਪਰਿਆ। ਜਦੋਂ ਮੈਂ ਜਾਗੀ ਤਾਂ ਅਯਾਨ ਘਰੋਂ ਜਾ ਚੁੱਕਿਆ ਸੀ। ਚਾਚੀ ਵੀ ਚੁੱਪਚਾਪ ਘਰ ਦਾ ਕੰਮ ਕਰ ਰਹੀ ਸੀ। ਉਹਨੇ ਮੇਰੇ ਨਾਲ ਕੋਈ ਗੱਲ ਨਾ ਕੀਤੀ। ਉਹਨਾਂ ਦਾ ਵਿਵਹਾਰ ਦੇਖ ਕੇ ਮੈਂ ਵੀ ਕੁਝ ਨਾ ਪੁੱਛਿਆ। ਸਵੇਰੇ ਉੱਠਣ ਤੋਂ ਪਹਿਲਾਂ ਮੇਰਾ ਸਭ ਤੋਂ ਕੰਮ ਪਹਿਲਾਂ ਸਫਾਈ ਕਰਨਾ ਹੁੰਦਾ ਸੀ, ਇਸ ਲਈ ਮੈਂ ਸਿੱਧਾ ਸਫਾਈ ਕਰਨ ਚਲੀ ਗਈ। ਚਾਚੀ ਦਾ ਕਮਰਾ ਸਾਫ਼ ਕਰਨ ਦੌਰਾਨ ਮੈਨੂੰ ਉੱਥੇ ਲਸਣ ਦਾ ਇੱਕ ਟੁਕੜਾ ਮਿਲਿਆ। ਮੈਂ ਸੋਚ ਰਹੀ ਸੀ ਕਿ ਚਾਚੀ ਲਸਣ ਚੁੱਕ ਕੇ ਉਸ ਅਣਜਾਣ ਆਦਮੀ ਕੋਲ ਕਿਉਂ ਲਿਆਈ। ਬੰਦੇ ਨੇ ਇਸ ਲਸਣ ਦਾ ਕੀ ਕਰਨਾ ਸੀ? ਇੰਜ ਲੱਗ ਰਿਹਾ ਸੀ ਜਿਵੇਂ ਇਹਦਾ ਰਸ ਕੱਢ ਲਿਆ ਗਿਆ ਹੋਵੇ। ਮੈਂ ਸਫਾਈ ਕਰਦੇ ਸਮੇਂ ਉਹਨੂੰ ਸੁੱਟ ਦਿੱਤਾ, ਫਿਰ ਸਫਾਈ ਵਿੱਚ ਰੁੱਝ ਗਈ। ਸ਼ਾਮ ਨੂੰ ਆਂਟੀ ਮੈਨੂੰ ਕਹਿਣ ਲੱਗੀ, ਚੱਲ ਬਾਜ਼ਾਰ ਚੱਲਦੇ ਆਂ, ਬਾਜ਼ਾਰ 'ਚੋਂ ਕੁਝ ਸਮਾਨ ਲੈ ਕੇ ਆਉਣਾ ਹੈ। ਕਦੇ ਕਦੇ ਅਜਿਹਾ ਹੁੰਦਾ ਸੀ ਚਾਚੀ ਮੈਨੂੰ ਆਪਣੇ ਨਾਲ ਬਾਜ਼ਾਰ ਲੈ ਜਾਂਦੀ ਸੀ, ਇਸ ਲਈ ਮੈਂ ਚੁੰਨੀ ਲੈ ਕੇ ਉਹਨਾਂ ਨਾਲ ਤੁਰ ਪਈ। ਪਰ ਮੈਨੂੰ ਨਹੀਂ ਪਤਾ ਸੀ ਕਿ ਚਾਚੀ ਮੈਨੂੰ ਕਿੱਥੇ ਲੈ ਕੇ ਜਾਵੇਗੀ। ਅਸੀਂ ਰਿਕਸ਼ੇ ਵਿੱਚ ਬੈਠ ਗਏ, ਪਰ ਉਸ ਸਮੇਂ ਮੈਂ ਹੈਰਾਨ ਰਹਿ ਗਈ ਜਦੋਂ ਰਿਕਸ਼ੇ ਵਾਲੇ ਨੇ ਬਾਜ਼ਾਰ ਸਾਰਾ ਪਾਰ ਕਰ ਦਿੱਤਾ। ਮੈਂ ਪੁੱਛਿਆ, ਅਸੀਂ ਕਿੱਥੇ ਜਾ ਰਹੇ ਹਾਂ? ਬਾਜ਼ਾਰ ਤਾਂ ਪਿੱਛੇ ਰਹਿ ਗਿਆ। ਉਹ ਕਹਿਣ ਲੱਗੇ, ਅੱਜ ਹੋਰ ਸਮਾਨ ਖਰੀਦਣਾ ਹੈ, ਇਸ ਲਈ ਦੂਜੇ ਬਾਜ਼ਾਰ ਵਿੱਚ ਜਾ ਰਹੇ ਹਾਂ। ਮੈਨੂੰ ਉਹਨਾਂ ਦਾ ਵਿਵਹਾਰ ਪਹਿਲਾਂ ਨਾਲੋਂ ਥੋੜ੍ਹਾ ਬਿਹਤਰ ਲੱਗਿਆ। ਅਸੀਂ ਇੱਕ ਅਜੀਬ ਜਿਹੇ ਬਾਜ਼ਾਰ ਵਿੱਚ ਪਹੁੰਚ ਗਈਆਂ ਜਿੱਥੇ ਭੀੜ ਤਾਂ ਸੀ ਪਰ ਲੋਕ ਬਹੁਤ ਅਜੀਬ ਸਨ। ਜਦੋਂ ਅਸੀਂ ਰਿਕਸ਼ੇ ਤੋਂ ਹੇਠਾਂ ਉਤਰੇ ਤਾਂ ਚਾਚੀ ਦੁਕਾਨ ਦੀ ਬਜਾਏ ਬਾਜ਼ਾਰ ਦੇ ਪਿੱਛੇ ਬਣੇ ਇੱਕ ਘਰ ਵਿੱਚ ਲੈ ਗਈ। ਇੱਕ ਬਜ਼ੁਰਗ ਔਰਤ ਨੇ ਦਰਵਾਜ਼ਾ ਖੋਲ੍ਹਿਆ, ਉਹਨੂੰ ਦੇਖ ਕੇ ਮੁਸਕਰਾਇਆ। ਚਾਚੀ ਕਹਿਣ ਲੱਗੀ, ਇਹਨੂੰ ਆਪਣੇ ਕੋਲ ਰੱਖ, ਮੈਂ ਸਮਾਨ ਦੀ ਸਹੀ ਕੀਮਤ ਲਗਵਾ ਕੇ ਆਉਣੀ ਆ। ਮੈਂ ਪਰੇਸ਼ਾਨੀ ਨਾਲ ਚਾਚੀ ਵੱਲ ਦੇਖਿਆ ਕਿ ਉਹ ਮੈਨੂੰ ਆਪਣੇ ਨਾਲ ਲਿਜਾਣ ਦੀ ਬਜਾਏ ਇੱਥੇ ਕਿਉਂ ਛੱਡ ਰਹੇ ਸੀ। ਜਦੋਂ ਮੈਂ ਉਹਨਾਂ ਦੇ ਚਿਹਰੇ ਵੱਲ ਦੇਖਿਆ ਤਾਂ ਉਹਨੇ ਕਿਹਾ, ਚਿੰਤਾ ਨਾ ਕਰ, ਇਹ ਵੀ ਤੇਰੀ ਚਾਚੀ ਹੈ, ਤੂੰ ਬਿਨਾਂ ਕਿਸੇ ਚਿੰਤਾ ਦੇ ਇੱਥੇ ਬੈਠ, ਮੈਂ ਥੋੜ੍ਹੀ ਦੇਰ ਬਾਅਦ ਵਾਪਸ ਆਵਾਂਗੀ। ਫਿਰ ਚਾਚੀ ਮੈਨੂੰ ਉਸ ਔਰਤ ਕੋਲ ਛੱਡ ਕੇ ਮੁੜ ਗਈ।
ਉਹ ਮੈਨੂੰ ਅੰਦਰ ਲੈ ਗਈ ਅਤੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ। ਮੈਂ ਅੰਦਰ ਜਾ ਕੇ ਹੈਰਾਨੀ ਨਾਲ ਦੇਖਿਆ, ਕਿਉਂਕਿ ਉਸ ਦਰਵਾਜ਼ੇ ਦੇ ਪਿੱਛੇ ਇੱਕ ਵੱਖਰੀ ਜਗ੍ਹਾ ਸੀ ਜਿਸ ਵਿੱਚ ਬਹੁਤ ਛੋਟੇ-ਛੋਟੇ ਕਮਰੇ ਸੀ। ਇਹ ਜਗ੍ਹਾ ਵੱਖਰੀ ਸੀ। ਦਰਵਾਜ਼ਿਆਂ ਦੇ ਨੇੜੇ ਛੋਟੇ-ਛੋਟੇ ਕੱਪੜੇ ਪਾਈ ਕੁੜੀਆਂ ਮੇਰੇ ਵੱਲ ਦੇਖ ਰਹੀਆਂ ਸਨ। ਉਹਨਾਂ ਦੇ ਕੱਪੜੇ, ਚਿਹਰੇ ਤੇ ਮੇਕਅਪ ਮੈਨੂੰ ਇੱਕ ਵੱਖਰਾ ਹੀ ਸੱਚ ਦੱਸ ਰਹੇ ਸਨ। ਮੈਂ ਤੁਰਦੇ-ਤੁਰਦੇ ਰੁਕ ਗਈ ਤੇ ਉਹ ਔਰਤ ਮੇਰੇ ਵੱਲ ਦੇਖਣ ਲਈ ਮੁੜੀ। ਮੈਂ ਕਿਹਾ, ਮੈਂ ਵਾਪਸ ਜਾਣਾ ਹੈ, ਮੈਂ ਅੰਦਰ ਨਹੀਂ ਜਾਣਾ ਚਾਹੁੰਦੀ। ਉਹ ਔਰਤ ਮੇਰੀ ਗੱਲ ਸੁਣ ਕੇ ਉੱਚੀ-ਉੱਚੀ ਹੱਸਦੀ ਹੋਈ ਕਹਿਣ ਲੱਗੀ, ਇਸ ਦਰਵਾਜ਼ੇ ਦੇ ਅੰਦਰ ਆਉਣ ਦਾ ਰਸਤਾ ਤਾਂ ਹੈ, ਪਰ ਬਾਹਰ ਜਾਣ ਦਾ ਨਹੀਂ। ਤੇਰੀ ਚਾਚੀ ਆਪਣੀ ਜਾਨ ਛੁਡਾ ਕੇ ਹੁਣ ਇੱਥੋਂ ਚਲੀ ਗਈ। ਉਹ ਕਦੇ ਵਾਪਸ ਨਹੀਂ ਆਵੇਗੀ ਤੇ ਨਾ ਹੀ ਤੂੰ ਕਦੇ ਬਾਹਰ ਜਾ ਸਕੇਂਗੀ। ਇਹ ਮੇਰੀ ਦੁਨੀਆ ਹੈ, ਇੱਥੇ ਮੇਰਾ ਰਾਜ ਹੈ। ਤੂੰ ਇੱਕ ਔਰਤ ਹੈ, ਇਸ ਲਈ ਤੈਨੂੰ ਵੀ ਹੁਣ ਇੱਥੇ ਹੀ ਰਹਿਣਾ ਪਵੇਗਾ। ਮੇਰੀ ਗੱਲ ਮੰਨਣੀ ਪਵੇਗੀ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਆਪਣਾ ਹੱਥ ਉਸਦੇ ਹੱਥ ਤੋਂ ਕੱਸ ਕੇ ਛੁਡਾਇਆ ਅਤੇ ਕਿਹਾ, ਮੈਂ ਇੱਥੇ ਕਿਸੇ ਵੀ ਕੀਮਤ 'ਤੇ ਨਹੀਂ ਰਵਾਂਗੀ ਤੇ ਜਲਦੀ ਹੀ ਆ ਜਾਏਗੀ ਮੇਰੀ ਚਾਚੀ। ਮੈਂ ਜਿਵੇਂ ਹੀ ਬਾਹਰ ਜਾਣ ਲਈ ਮੁੜੀ, ਉਹਨੇ ਮੇਰੀ ਕਮੀਜ਼ ਨੂੰ ਪਿੱਛੋਂ ਤੋਂ ਫੜ ਲਿਆ ਤੇ ਇੰਨੀ ਜ਼ੋਰ ਨਾਲ ਖਿੱਚਿਆ ਕਿ ਮੇਰੀ ਕਮੀਜ਼ ਫਟ ਗਈ। ਫਿਰ ਉਹਨੇ ਮੇਰੇ ਮੂੰਹ ਤੇ ਜ਼ੋਰ ਦੀ ਥੱਪੜ ਮਾਰਿਆ। ਮੈਂ ਜ਼ਮੀਨ ਤੇ ਡਿੱਗ ਪਈ ਤੇ ਮੇਰੇ ਮੂੰਹ ਵਿੱਚੋਂ ਖੂਨ ਨਿਕਲਣ ਲੱਗਿਆ। ਉਹ ਔਰਤ ਮੇਰੇ ਕੋਲ ਬੈਠੀ ਤੇ ਕਹਿਣ ਲੱਗੀ, ਤੇਰੀ ਚਾਚੀ ਨੇ ਤੈਨੂੰ ਇੱਥੇ ਵੇਚ ਦਿੱਤਾ ਹੈ। ਹੁਣ ਤੂੰ ਮੇਰੀ ਗੁਲਾਮ ਹੈ, ਮੈਂ ਤੈਨੂੰ ਖਰੀਦਿਆ ਹੈ। ਹੁਣ ਚੱਲ ਜਾ ਕੇ ਤਿਆਰ ਹੋ ਜਾ, ਰਾਤ ਨੂੰ ਗਾਹਕ ਆਉਣਗੇ, ਫਿਰ ਤੈਨੂੰ ਵੀ ਲਾਈਨ ਵਿੱਚ ਖੜਨਾ ਪਵੇਗਾ। ਉਸਨੇ ਇੱਕ ਔਰਤ ਨੂੰ ਬੁਲਾ ਕੇ ਮੈਨੂੰ ਉਸਨੂੰ ਸੌਂਪ ਦਿੱਤਾ ਅਤੇ ਉਸ ਸਮੇਂ ਹੈਰਾਨ ਰਹਿ ਗਈ। ਕੁਝ ਵੀ ਸਮਝ ਨਹੀਂ ਆ ਰਿਹਾ ਸੀ ਮੈਨੂੰ। ਇੰਜ ਲੱਗ ਰਿਹਾ ਸੀ ਜਿਵੇਂ ਕੋਈ ਇਹ ਭਿਆਨਕ ਸੁਪਨਾ ਹੈ ਤੇ ਕੁਝ ਦੇਰ ਬਾਅਦ ਮੇਰੀਆਂ ਅੱਖਾਂ ਖੁੱਲ੍ਹ ਜਾਣਗੀਆਂ ਤੇ ਸਭ ਕੁਝ ਠੀਕ ਹੋ ਜਾਊਗਾ। ਪਰ ਇਹ ਮੇਰੀ ਮਾੜੀ ਕਿਸਮਤ। ਇਹ ਕੋਈ ਸੁਪਨਾ ਨਹੀਂ ਸੀ, ਸਗੋਂ ਜ਼ਿੰਦਗੀ ਦੀ ਕੌੜੀ ਹਕੀਕਤ ਸੀ। ਦੂਜੀ ਔਰਤ ਮੈਨੂੰ ਹਨੇਰੇ ਕਮਰੇ ਵਿੱਚ ਲੈ ਆਈ। ਉਹਨੇ ਖੁਸ਼ਬੂਦਾਰ ਪਾਣੀ ਤਿਆਰ ਕੀਤਾ ਤੇ ਮੈਨੂੰ ਨਹਾ ਦਿੱਤਾ। ਮੇਰੇ ਚੀਕਣ ਦਾ ਤੇ ਰੋਣ ਦਾ ਉਸ ਔਰਤ 'ਤੇ ਕੋਈ ਅਸਰ ਨਹੀਂ ਸੀ ਹੋ ਰਿਹਾ। ਉਹ ਕਹਿਣ ਲੱਗੀ, ਤੇਰੇ ਵਰਗੀਆਂ ਕੁੜੀਆਂ ਹਰ ਰੋਜ਼ ਆਉਂਦੀਆਂ ਨੇ, ਇੱਕ ਦੋ ਦਿਨ ਰੋਂਦੀਆਂ ਨੇ ਤੇ ਫਿਰ ਆਪ ਹੀ ਖੁਸ਼ੀ ਨਾਲ ਇਹ ਕੰਮ ਕਰਨ ਲੱਗ ਜਾਂਦੀਆਂ। ਉਹਨੂੰ ਅਹਿਸਾਸ ਹੋ ਜਾਂਦਾ ਹੈ ਕਿ ਹੁਣ ਇਹ ਜ਼ਿੰਦਗੀ ਹੈ, ਇਸ ਲਈ ਤੂੰ ਵੀ ਹੁਣ ਖੁਸ਼ ਹੋ ਕੇ ਇਹਨੂੰ ਸਵੀਕਾਰ ਕਰ ਲੈ, ਨਹੀਂ ਤਾਂ ਇਹ ਕੰਮ ਤੈਨੂੰ ਮਜਬੂਰ ਹੋ ਕੇ ਵੀ ਕਰਨਾ ਪਵੇਗਾ, ਤੈਨੂੰ ਹੋਰ ਦੁੱਖ ਹੋਊਗਾ। ਮੈਂ 17 ਸਾਲ ਦੀ ਸੀ। ਉਹ ਮੈਨੂੰ ਇਸ ਧੰਦੇ ਵਿੱਚ ਲਿਆਉਣਾ ਚਾਹੁੰਦੀ ਸੀ। ਉਹ ਮੈਨੂੰ ਕਮਰੇ ਵਿੱਚ ਖਿੱਚ ਕੇ ਲੈ ਗਈ ਜਿੱਥੇ ਇੱਕ ਕੁੜੀ ਰੌਲਾ ਪਾ ਰਹੀ ਸੀ ਤੇ ਕਹਿਣ ਲੱਗੀ, ਇਸ ਕੁੜੀ ਨੂੰ ਦੇਖ, ਇਹ ਸਾਇਰਾ ਬਾਨੋ ਦੀ ਗੱਲ ਨਹੀਂ ਸੁਣ ਰਹੀ, ਇਸ ਲਈ ਇਹਨੂੰ ਇੱਥੇ ਬੰਦ ਕਰਕੇ ਰੱਖਿਆ ਗਿਆ ਹੈ। ਇਹਨੂੰ ਖਾਣ ਲਈ ਕੁਝ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਪਾਣੀ ਪੀਣ ਨੂੰ ਦਿੱਤਾ ਜਾ ਰਿਹਾ। ਜੇ ਤੂੰ ਵੀ ਗੱਲ ਨਾ ਸੁਣੀ, ਤੇਰੇ ਨਾਲ ਵੀ ਇਹੀ ਹੋਊ। ਉਹਨਾਂ ਮੈਨੂੰ ਖੁਸ਼ਬੂਦਾਰ ਪਾਣੀ ਨਾਲ ਇਸ਼ਨਾਨ ਕਰਵਾਇਆ ਤੇ ਫਿਰ ਮੈਨੂੰ ਦੁਲਹਨ ਵਾਂਗ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦੇਰ ਬਾਅਦ ਉਹ ਔਰਤ ਜਿਸ ਦਾ ਨਾਂ ਸਾਇਰਾ ਬਾਨੋ ਸੀ ਵਾਪਸ ਆਈ। ਸਿਰ ਤੋਂ ਪੈਰਾਂ ਤੱਕ ਮੇਰੇ ਵੱਲ ਦੇਖਣ ਲੱਗੀ ਅਤੇ ਕਹਿਣ ਲੱਗੀ, ਤੇਰੀ ਤਾਂ ਚੰਗੀ ਬੋਲੀ ਲੱਗੇਗੀ। ਮੈਂ ਤੇਰੀ ਚਾਚੀ ਨੂੰ ਬਹੁਤ ਪੈਸੇ ਦਿੱਤੇ ਹੈ, ਹੁਣ ਤੇਰਾ ਸਰੀਰ ਵੇਚ ਕੇ ਉਹ ਪੈਸੇ ਵਾਪਸ ਲਵਾਂਗੀ। ਮੇਰੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸਨ। ਮੈਂ ਉਸ ਔਰਤ ਨੂੰ ਪੁੱਛਿਆ, ਮੇਰੀ ਚਾਚੀ ਮੈਨੂੰ ਇੱਥੇ ਕਿਉਂ ਛੱਡ ਗਈ? ਉਹਨੇ ਹੱਸ ਕੇ ਕਿਹਾ, ਅਸੀਂ ਬਸ ਸਮਾਨ ਖਰੀਦਦੇ ਹਾਂ, ਮਾਲ ਸਾਡੇ ਤੱਕ ਪਹੁੰਚਦਾ ਹੈ, ਸਾਨੂੰ ਨਹੀਂ ਪਤਾ ਉਹਨੂੰ ਕਿਉਂ ਲਿਆਂਦਾ ਗਿਆ। ਦੂਜੀ ਔਰਤ ਜਿਸ ਦਾ ਨਾਂ ਬੇਗਮ ਜਾਨ ਸੀ, ਉਸਨੇ ਬਾਨੋ ਨੂੰ ਕਿਹਾ, ਇਹ ਅਜੇ ਛੋਟੀ ਹੈ ਨਾ, ਇਹਨੂੰ ਅਜੇ ਆਪਣੇ ਕੰਮ ਬਾਰੇ ਕੁਝ ਨਹੀਂ ਪਤਾ। ਗਾਹਕਾਂ ਨੂੰ ਸੌਂਪਣ ਦੀ ਬਜਾਏ ਪਹਿਲਾਂ ਇਹਨੂੰ ਨੱਚਣ ਲਈ ਲਾ ਲੈਂਦੇ ਹਾਂ। ਕਿਸੇ ਚੰਗੇ ਤੇ ਮਹਿੰਗੇ ਗਾਹਕ ਅੱਗੇ ਪੇਸ਼ ਕਰਾਂਗੇ ਤਾਂ ਜੋ ਇਹਦਾ ਵਧੀਆ ਮੁੱਲ ਮਿਲ ਸਕੇ। ਸਾਇਰਾ ਬਾਨੋ ਨੂੰ ਉਹਦੀ ਗੱਲ ਸਮਝ ਆ ਗਈ ਤੇ ਕਹਿਣ ਲੱਗੀ, ਇਹਨੂੰ ਗਾਉਣ ਅਤੇ ਨੱਚਣ ਦੀ ਤਿਆਰੀ ਕਰਵਾਓ। ਇਹ ਕਹਿੰਦੀ ਉਹ ਕਮਰੇ 'ਚੋਂ ਬਾਹਰ ਆ ਗਈ। ਬੇਗਮ ਜਾਨ ਨੇ ਮੈਨੂੰ ਕਿਹਾ, ਕੁਝ ਦਿਨਾਂ ਲਈ ਮੈਂ ਤੈਨੂੰ ਬਚਾ ਲਿਆ ਹੈ, ਪਰ ਯਾਦ ਰੱਖੀ, ਇਸ ਦੁਨੀਆ ਵਿੱਚ ਅੱਜ ਨਹੀਂ ਤਾਂ ਕੱਲ੍ਹ ਤੈਨੂੰ ਗਾਹਕ ਕੋਲ ਜਾਣਾ ਹੀ ਪਵੇਗਾ। ਇਹ ਸਾਡਾ ਕੰਮ ਹੈ। ਮੈਂ ਵੀ ਇੱਥੇ ਸਿਰਫ 17 ਸਾਲ ਦੀ ਆ ਗਈ ਸੀ। ਮੇਰੀ ਤਾਂ ਅਸਲੀ ਮਾਂ ਨੇ ਮੈਨੂੰ ਵੇਚ ਦਿੱਤਾ ਸੀ, ਕਿਉਂਕਿ ਉਹ ਮੈਨੂੰ ਪਿਆਰ ਨਹੀਂ ਸੀ ਕਰਦੀ। ਉਹ ਆਪਣੀਆਂ ਧੀਆਂ ਨੂੰ ਬੋਝ ਸਮਝਦੀ ਸੀ, ਇਸ ਲਈ ਉਹ ਮੈਨੂੰ ਇੱਥੇ ਵੇਚ ਕੇ ਚਲੀ ਗਈ। ਹੁਣ ਇਹੀ ਮੇਰੀ ਜ਼ਿੰਦਗੀ ਹੈ। ਮੈਂ ਕਈ ਵਾਰੀ ਇੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਪਰ ਇੱਥੋਂ ਨਿਕਲਣ ਦਾ ਇੱਕੋ ਹੀ ਦਰਵਾਜ਼ਾ ਹੈ ਜਿਸ ਵਿੱਚ ਸਾਇਰਾ ਬਾਨੋ ਆਪਣੇ ਨੌਕਰਾਂ ਨਾਲ ਆਪ ਰਾਖੀ ਕਰਦੀ ਹੈ। ਬੇਗਮ ਵਧੀਆ ਅਤੇ ਬਹੁਤ ਹੀ ਪਿਆਰ ਕਰਨ ਵਾਲੀ ਔਰਤ ਸੀ।
ਮੈਨੂੰ ਉਹਦੀ ਗੱਲਬਾਤ ਬਹੁਤ ਪਸੰਦ ਸੀ। ਉਹ ਪਿਆਰ ਨਾਲ ਸਮਝਾ ਰਹੀ ਸੀ, ਆਪ ਵੀ ਨੱਚਦੀ ਤੇ ਮੈਨੂੰ ਨੱਚਣਾ ਸਿਖਾਉਂਦੀ। ਮੈਂ ਹਰ ਸਮੇਂ ਰੋਂਦੀ ਰਹਿੰਦੀ ਸੀ। ਕੁਝ ਦਿਨ ਇਸੇ ਤਰ੍ਹਾਂ ਲੰਘ ਗਏ। ਹੁਣ ਤਾਂ ਮੇਰੀਆਂ ਅੱਖਾਂ ਦੇ ਹੰਝੂ ਵੀ ਸੁੱਕ ਗਏ ਸਨ। ਮੈਨੂੰ ਯਕੀਨ ਹੋ ਗਿਆ ਸੀ ਕਿ ਕੋਈ ਫਾਇਦਾ ਨਹੀਂ ਰੋਣ ਦਾ। ਮੇਰੀ ਚਾਚੀ ਮੈਨੂੰ ਕਦੇ ਨਹੀਂ ਲੈਣ ਆਵੇਗੀ। ਮੈਨੂੰ ਨਹੀਂ ਪਤਾ ਉਸਨੇ ਮੇਰੇ ਤੋਂ ਕਿਸ ਗੱਲ ਦਾ ਬਦਲਾ ਲਿਆ ਸੀ ਜੋ ਉਹਨੇ ਮੈਨੂੰ ਇਸ ਦਲਦਲ ਵਿੱਚ ਛੱਡ ਦਿੱਤਾ। ਮੈਂ ਜਾਣਨਾ ਚਾਹੁੰਦੀ ਸੀ ਕਿ ਮੇਰੀ ਚਾਚੀ ਨੇ ਮੇਰੇ ਨਾਲ ਇਹ ਕਿਉਂ ਕੀਤਾ ਹੈ। ਹੁਣ ਇਹਨਾਂ ਸਵਾਲਾਂ ਦੇ ਜਵਾਬ ਦੇਣ ਵਾਲਾ ਕੋਈ ਨਹੀਂ ਸੀ। ਬੇਗਮ ਜਾਨ ਨੇ ਮੈਨੂੰ 1 ਮਹੀਨੇ ਤੱਕ ਨਿਯਮ ਅਤੇ ਨੱਚਣਾ ਸਿਖਾਇਆ। ਫਿਰ ਮੈਨੂੰ ਵੀ ਇਸ ਇਕੱਠ ਦਾ ਹਿੱਸਾ ਬਣਾਇਆ ਗਿਆ ਜਿੱਥੇ ਸ਼ਰਾਬੀ ਮਰਦ ਸਾਡੇ ਸਾਹਮਣੇ ਬੈਠਦੇ ਸੀ ਤੇ ਅਸੀਂ ਅਜੀਬ ਕੱਪੜਿਆਂ ਵਿੱਚ ਉਹਨਾਂ ਦੇ ਸਾਹਮਣੇ ਡਾਂਸ ਕਰਨਾ ਸੀ। ਪੁਰਾਣੀਆਂ ਕੁੜੀਆਂ ਡਾਂਸ ਕਰਨ ਵਿੱਚ ਕਾਫੀ ਮਾਹਿਰ ਹੋ ਗਈਆਂ ਸੀ, ਪਰ ਇਹ ਕੰਮ ਮੇਰੇ ਲਈ ਬਹੁਤ ਔਖਾ ਸੀ। ਜਦੋਂ ਕਦੇ ਮੇਰੇ ਕਦਮ ਰੁਕ ਜਾਂਦੇ, ਸਾਇਰਾ ਬਾਨੋ ਹੱਥ ਵਿੱਚ ਫੜੇ ਹੋਏ ਚਾਕੂ ਨੂੰ ਘੁਮਾ ਕੇ ਮੇਰੀ ਕਮਰ ਤੇ ਮਾਰਦੀ ਤੇ ਬਾਕੀ ਸਾਰੇ ਇਸ ਤੋਂ ਅਣਜਾਣ ਹੁੰਦੇ। ਮੈਨੂੰ ਸਮਝ ਆਉਣ ਵਿੱਚ ਸਿਰਫ 4 ਦਿਨ ਹੀ ਲੱਗੇ ਕਿ ਹੁਣ ਇਹੀ ਮੇਰੀ ਦੁਨੀਆ ਹੈ ਤੇ ਮੈਂ ਇੱਥੇ ਹੀ ਰਹਿਣਾ। ਸਾਇਰਾ ਬਾਨੋ ਦੀਆਂ ਧੁਨਾਂ ਤੇ ਨੱਚਣਾ ਹੁਣ ਮੇਰੀ ਮਜਬੂਰੀ ਸੀ, ਕਿਉਂਕਿ ਜਿਸ ਦਿਨ ਨਾ ਨੱਚਦੀ ਉਹ ਮੇਰਾ ਖਾਣਾ ਬੰਦ ਕਰ ਦਿੰਦੀ ਸੀ ਤੇ ਮੈਂ ਸਾਰਾ ਦਿਨ ਭੁੱਖੀ ਪਿਆਸੀ ਰਹਿੰਦੀ। ਇਸੇ ਲਈ ਮੈਂ ਵੀ ਡਾਂਸ ਵਿੱਚ ਬਰਾਬਰ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। 1 ਮਹੀਨਾ ਹੋਰ ਇਸੇ ਤਰ੍ਹਾਂ ਲੰਘ ਗਿਆ। ਅਜੇ ਇਹ ਗੱਲ ਲੰਘੀ ਸੀ ਕਿ ਇੱਕ ਅਮੀਰ ਆਦਮੀ ਵੇਸਵਾ ਲਈ ਆਇਆ। ਆਉਂਦਿਆਂ ਹੀ ਸਭ ਤੋਂ ਪਹਿਲਾਂ ਉਹਨੇ ਮੇਰੀ ਬੋਲੀ ਲਾਈ। ਉਹ ਮੈਨੂੰ 50,000 ਰੁਪਏ ਦੀ ਕੀਮਤ ਵਿੱਚ 1 ਰਾਤ ਲਈ ਖਰੀਦਣਾ ਚਾਹੁੰਦਾ ਸੀ। ਇਹ ਬਹੁਤ ਵੱਡੀ ਰਕਮ ਸੀ। ਸਾਇਰਾ ਬਾਨੋ ਖੁਸ਼ ਸੀ। ਉਹ ਤੁਰੰਤ ਉਸ ਆਦਮੀ ਨਾਲ ਸਹਿਮਤ ਹੋ ਗਈ। 50,000 ਰੁਪਏ ਲਏ ਅਤੇ ਇੱਕ ਛੋਟੇ ਜਿਹੇ ਕਮਰੇ ਵਿੱਚ ਭੇਜ ਦਿੱਤਾ। ਬੇਗਮ ਜਾਨ ਨੂੰ ਮੈਨੂੰ ਤਿਆਰ ਕਰਕੇ ਉਸ ਆਦਮੀ ਦੀ ਸੇਵਾ ਲਈ ਪੇਸ਼ ਕਰਨ ਲਈ ਕਿਹਾ ਗਿਆ। ਇਹ ਸੁਣ ਕੇ ਮੈਂ ਫੁੱਟ ਕੇ ਰੋਣ ਲੱਗ ਪਈ। ਮੈਂ ਡਾਂਸ ਕਰਨਾ ਤਾਂ ਸ਼ੁਰੂ ਕਰ ਦਿੱਤਾ ਸੀ, ਪਰ ਅੱਜ ਤੱਕ ਮੈਂ ਕਿਸੇ ਗਾਹਕ ਨਾਲ ਰਾਤ ਨਹੀਂ ਸੀ ਕੱਟੀ। ਬੇਗਮ ਜਾਨ ਨੇ ਮੈਨੂੰ ਆਪਣੇ ਹੱਥਾਂ ਨਾਲ ਤਿਆਰ ਕੀਤਾ ਤੇ ਕਿਹਾ, ਤੂੰ ਜਿੰਨਾ ਜ਼ਿਆਦਾ ਰੌਲਾ ਪਾਵੇਂਗੀ ਗਾਹਕ ਓਨਾ ਹੀ ਪਰੇਸ਼ਾਨ ਕਰੇਗਾ, ਇਸ ਲਈ ਚੰਗਾ ਹੋਵੇਗਾ ਤੂੰ ਚੁੱਪ ਰਹੀਂ, ਉਸ ਨਾਲ ਰਾਤ ਬਿਤਾ ਕੇ ਵਾਪਸ ਆ ਜਾਈਂ। ਇਹ ਸਮਝ ਲਈ ਅੱਜ ਉਹ ਤੇਰਾ ਪਤੀ ਹੈ। ਅਜਿਹਾ ਕਰਨ ਨਾਲ ਤੇਰੀ ਸਮੱਸਿਆ ਆਸਾਨ ਹੋ ਜਾਵੇਗੀ। ਬੇਗਮ ਜਾਨ ਮੈਨੂੰ ਤਿਆਰ ਕਰਨ ਲੱਗੀ। ਜਦੋਂ ਮੈਂ ਤਿਆਰ ਹੋ ਗਈ ਤਾਂ ਉਹ ਮੇਰੇ ਵੱਲ ਦੇਖ ਕੇ ਡੂੰਘਾ ਸਾਹ ਲੈਂਦੀ ਕਹਿਣ ਲੱਗੀ, ਡੂੰਘਾ ਸਾਹ ਲੈ ਕੇ ਕਮਰੇ ਵਿੱਚ ਵੜ ਜਾਈਂ ਤੇ ਆਪਣੇ ਆਪ ਨੂੰ ਉਸ ਆਦਮੀ ਦੇ ਹਵਾਲੇ ਕਰ ਦੇਂ। ਇਸ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ। ਇਸ ਲਈ ਮੈਂ ਵੀ ਉਸ ਛੋਟੇ ਜਿਹੇ ਕਮਰੇ ਵੱਲ ਤੁਰ ਪਈ ਜਿੱਥੇ ਇੱਕ ਛੋਟਾ ਜਿਹਾ ਪੀਲਾ ਬੱਲਬ ਜਗ ਰਿਹਾ ਸੀ, ਜਿਹਦੀ ਮੱਧਮ ਰੋਸ਼ਨੀ ਵਿੱਚ ਮੈਨੂੰ ਸਭ ਕੁਝ ਭਿਆਨਕ ਮਹਿਸੂਸ ਹੋ ਰਿਹਾ ਸੀ। ਮੈਂ ਸੋਚਿਆ ਸੀ ਕਿ ਮੈਂ ਉਸ ਆਦਮੀ ਦੇ ਪੈਰੀ ਪੈ ਜਾਵਾਂਗੀ ਤੇ ਕਹਾਂਗੀ ਉਹ ਮੇਰੇ ਨਾਲ ਕੋਈ ਜ਼ਬਰਦਸਤੀ ਨਾ ਕਰੇ। ਮੈਂ ਰਹਿਮ ਦੀ ਭੀਖ ਮੰਗਾਂਗੀ, ਉਹਨੂੰ ਮੇਰੇ ਤੇ ਤਰਸ ਆ ਜਾਏਗਾ। ਪਰ ਮੈਨੂੰ ਨਹੀਂ ਪਤਾ ਸੀ ਇੱਥੇ ਆਉਣ ਵਾਲੇ ਬੰਦੇ ਵੀ ਪੱਥਰ ਦਿਲ ਦੇ ਹੁੰਦੇ ਐ। ਜਦੋਂ ਮੈਂ ਕਮਰੇ ਵਿੱਚ ਗਈ ਤਾਂ ਉਹ ਮੈਨੂੰ ਦੇਖ ਕੇ ਖਤਰਨਾਕ ਹਾਸੀ ਹੱਸ ਰਿਹਾ ਸੀ। ਜਿਵੇਂ ਹੀ ਮੈਂ ਉਹਦੇ ਚਿਹਰੇ ਵੱਲ ਦੇਖਿਆ, ਉਹਦੀ ਨਜ਼ਰ ਮੇਰੇ ਸਰੀਰ ਤੇ ਸੀ। ਮੈਂ ਬਹੁਤ ਡਰ ਗਈ। ਮੈਂ ਵਾਪਸ ਜਾਣ ਲੱਗੀ ਤਾਂ ਉਹਨੇ ਮੈਨੂੰ ਪਿੱਛੇ ਤੋਂ ਫੜ ਕੇ ਖਿੱਚ ਲਿਆ ਤੇ ਕਿਹਾ, ਇੰਨੀ ਵੱਡੀ ਰਕਮ ਅਦਾ ਕੀਤੀ ਹੈ, ਕਿੱਥੇ ਭੱਜ ਰਹੀ ਹੈ? ਜਿਵੇਂ ਹੀ ਉਹ ਆਪਣਾ ਮੂੰਹ ਖੋਲ੍ਹਦਾ ਹੈ, ਸ਼ਰਾਬ ਦੀ ਬਦਬੂ ਨਾਲ ਤਾਂ ਮੇਰਾ ਸਾਹ ਹੀ ਬੰਦ ਹੋ ਜਾਂਦਾ ਹੈ। ਮੈਂ ਉਸਦੇ ਸਾਹਮਣੇ ਰਹਿਮ ਦੀ ਭੀਖ ਮੰਗਣ ਲੱਗੀ, ਪਰ ਉਹਨੂੰ ਮੇਰੇ ਲਈ ਬਿਲਕੁਲ ਵੀ ਤਰਸ ਨਾ ਆਇਆ। ਕਹਿਣ ਲੱਗਿਆ, ਹੁਣ ਚੱਲ ਸਿੱਧੀ ਹੋ ਕੇ, ਮੈਂ ਚੰਗੀ ਤਰ੍ਹਾਂ ਜਾਣਦਾ ਤੇਰੇ ਵਰਗੀਆਂ ਕੁੜੀਆਂ ਦੇ ਨਖਰੇ। ਉਹਨੇ ਸਿੱਧਾ ਮੈਨੂੰ ਨੰਗਾ ਕਰ ਦਿੱਤਾ ਤੇ ਮੈਨੂੰ ਮੰਜੇ ਤੇ ਧੱਕਾ ਦੇ ਦਿੱਤਾ। ਫਿਰ ਮੇਰੇ ਮਨ ਵਿੱਚ ਬੇਗਮ ਜਾਨ ਦੇ ਵਿਚਾਰ ਘੁੰਮਣ ਲੱਗੇ। ਉਹਨੇ ਕਿਹਾ ਸੀ, ਮੰਜੇ ਤੇ ਜਾਣ ਤੋਂ ਪਹਿਲਾਂ ਆਪਣੀ ਧੁੰਨੀ ਵਿੱਚ ਲਸਣ ਦਾ ਰਸ ਲਗਾ ਲਈ। ਉਹਨੇ ਲਸਣ ਦਾ ਇੱਕ ਛੋਟਾ ਜਿਹਾ ਟੁਕੜਾ ਛਿੱਲ ਕੇ ਮੈਨੂੰ ਦਿੱਤਾ ਸੀ। ਮੈਂ ਉਹਨੂੰ ਆਪਣੀ ਮੁੱਠੀ ਵਿੱਚ ਫੜਿਆ ਹੋਇਆ ਸੀ, ਜਿਹਨੂੰ ਮੈਂ ਵਰਤਣਾ ਭੁੱਲ ਗਈ ਸੀ। ਮੈਂ ਝੱਟ ਬੇਗਮ ਜਾਨ ਦੀ ਯਾਦ ਆਈ ਤਾਂ ਲਸਣ ਦੀ ਕਲੀ ਨੂੰ ਆਪਣੀ ਧੁੰਨੀ ਤੇ ਰਗੜਨ ਲੱਗ ਪਈ। ਫਿਰ ਉਸ ਤੋਂ ਬਾਅਦ ਮੇਰੇ ਨਾਲ ਜੋ ਕੁਝ ਵਾਪਰਿਆ ਉਹ ਸਭ ਕੁਝ ਮੇਰੇ ਨਾਲ ਹੋਣਾ ਹੀ ਸੀ। ਸਾਰੀ ਰਾਤ ਉਸ ਆਦਮੀ ਨੇ ਪੈਸੇ ਪੂਰੀ ਤਰ੍ਹਾਂ ਵਸੂਲ ਕੀਤੇ। ਮੇਰੇ ਰੋਣ ਦਾ ਕੋਈ ਫਾਇਦਾ ਨਹੀਂ ਸੀ ਹੋਇਆ। ਬੰਦਾ ਪੂਰੀ ਤਰ੍ਹਾਂ ਪੱਥਰ ਦਿਲ ਸੀ। ਸ਼ਾਇਦ ਕੁਝ ਸ਼ਰਾਬ ਦਾ ਵੀ ਅਸਰ ਸੀ। ਮੇਰੇ ਲਈ ਹਰ ਇੱਕ ਮਿੰਟ ਭਾਰੀ ਸੀ। ਇੰਜ ਲੱਗ ਰਿਹਾ ਸੀ ਜਿਵੇਂ ਅੱਜ ਰਾਤ ਖਤਮ ਹੀ ਨਹੀਂ ਹੋਵੇਗੀ। ਤੇ ਫਿਰ ਇੱਕ ਸਮਾਂ ਅਜਿਹਾ ਆਇਆ ਜਦੋਂ ਮੈਂ ਬੇਹੋਸ਼ ਹੋ ਗਈ। ਸਵੇਰੇ ਜਦੋਂ ਮੈਂ ਅੱਖਾਂ ਖੋਲ੍ਹੀਆਂ ਤਾਂ ਬੇਗਮ ਜਾਨ ਮੇਰੇ ਸਾਹਮਣੇ ਮੌਜੂਦ ਸੀ। ਉਹ ਆਦਮੀ ਸਵੇਰ ਹੋਣ ਤੋਂ ਪਹਿਲਾਂ ਹੀ ਚਲਾ ਗਿਆ ਸੀ।
ਬੇਗਮ ਜਾਨ ਮੈਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ। ਜਦੋਂ ਮੈਨੂੰ ਹੋਸ਼ ਆਈ ਤਾਂ ਉਸਨੇ ਮੈਨੂੰ ਜੱਫੀ ਪਾ ਲਈ ਤੇ ਕਿਹਾ, ਬਸ ਪਹਿਲੀ ਰਾਤ ਹੀ ਔਖਾ ਹੁੰਦਾ ਹੈ, ਹੁਣ ਤੇਰੇ ਲਈ ਸਭ ਕੁਝ ਆਸਾਨ ਹੋ ਜਾਵੇਗਾ। ਪਰ ਰਾਤ ਇੰਨੀ ਭਿਆਨਕ ਸੀ ਕਿ ਮੈਂ ਹੋਸ਼ ਵਿੱਚ ਆਉਣ ਤੋਂ ਬਾਅਦ ਵੀ ਰੌਲਾ ਪਾ ਰਹੀ ਸੀ। ਉਸ ਤੋਂ ਬਾਅਦ ਵੀ ਬੇਗਮ ਜਾਨ ਮੈਨੂੰ ਆਪਣੇ ਕਮਰੇ ਵਿੱਚ ਲੈ ਗਈ। ਮੈਂ ਸਾਰਾ ਦਿਨ ਉਹਨੂੰ ਜੱਫੀ ਪਾਈ ਰੱਖੀ ਤੇ ਹੰਝੂ ਬਹਾਉਂਦੀ ਰਹੀ। ਅੱਜ ਮੈਨੂੰ ਆਪਣੀ ਮਾਂ ਦੀ ਬਹੁਤ ਯਾਦ ਆ ਰਹੀ ਸੀ। ਜੇ ਮੇਰੀ ਮਾਂ ਜਿਉਂਦੀ ਹੁੰਦੀ ਤਾਂ ਸ਼ਾਇਦ ਮੈਂ ਇਹ ਦਿਨ ਨਾ ਦੇਖਣਾ ਸੀ। ਪਹਿਲੀ ਵਾਰ ਲੱਗਿਆ ਕਿ ਸਾਡੇ ਮਾਪਿਆਂ ਤੋਂ ਇਲਾਵਾ ਕੋਈ ਸਾਡਾ ਨਹੀਂ ਹੁੰਦਾ। ਰਿਸ਼ਤੇ ਸਿਰਫ ਦਿਖਾਵੇ ਲਈ ਹੁੰਦੇ ਨੇ। ਮੇਰੀ ਚਾਚੀ, ਜਿਸ ਨੂੰ ਮੈਂ ਆਪਣੀ ਮਾਂ ਦੀ ਥਾਂ ਦਿੱਤੀ ਸੀ, ਉਹਨੇ ਮੈਨੂੰ ਇਸ ਦਲਦਲ ਵਿੱਚ ਧੱਕਾ ਦੇ ਦਿੱਤਾ। ਇੱਥੇ ਤਾਂ ਮੈਂ ਆਪਣੀ ਪਛਾਣ ਵੀ ਭੁੱਲ ਗਈ ਸੀ ਕਿ ਮੇਰਾ ਨਾਮ ਸਿਮਰਨ ਹੈ। ਇੱਥੇ ਮੇਰਾ ਨਾਮ ਗੁਲਜਾਨ ਰੱਖਿਆ ਗਿਆ ਸੀ। ਸਾਰੇ ਮੈਨੂੰ ਇਸ ਨਾਮ ਨਾਲ ਹੀ ਬੁਲਾਉਂਦੇ ਸੀ। ਮੈਂ ਤਾਂ ਆਪ ਹੀ ਭੁੱਲ ਗਈ ਸੀ ਵੀ ਪਹਿਲਾਂ ਕਦੇ ਮੇਰਾ ਨਾਮ ਸਿਮਰਨ ਸੀ। ਸਾਰਾ ਦਿਨ ਬੇਗਮ ਜਾਨ ਦੇ ਨਾਲ ਰਹਿੰਦੀ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਹੁਣ ਕਿਸੇ ਹੋਰ ਗਾਹਕ ਕੋਲੇ ਨਹੀਂ ਜਾਵਾਂਗੀ। ਪਰ ਅਜਿਹਾ ਕਿਵੇਂ ਹੋ ਸਕਦਾ ਸੀ ਕਿ ਕੋਠੇ ਤੇ ਰਹਿਣ ਵਾਲੀ ਕੁੜੀ ਇਹ ਕੰਮ ਨਾ ਕਰੇ। 2-3 ਦਿਨ ਚੁੱਪਚਾਪ ਲੰਘ ਗਏ। ਤੀਜੇ ਦਿਨ ਇੱਕ 55 ਸਾਲ ਦਾ ਗਾਹਕ ਮੇਰੀ ਕੀਮਤ ਲਾਉਣ ਆਇਆ। ਜਦੋਂ ਮੈਂ ਨਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੈਨੂੰ ਜ਼ੋਰਦਾਰ ਥੱਪੜ ਮਾਰਿਆ ਤੇ ਕਿਹਾ, ਇੱਥੇ ਕੋਈ ਇਨਕਾਰ ਨਹੀਂ ਕਰ ਸਕਦਾ। ਜੇ ਤੂੰ ਅਜਿਹਾ ਕਰੇਂਗੀ ਤਾਂ ਮੈਂ ਤੈਨੂੰ ਖੁਦ ਗਾਹਕ ਦੇ ਸਾਹਮਣੇ ਸੁੱਟ ਦੇਵਾਂਗੀ। ਮੈਂ ਸਾਇਰਾ ਬਾਨੋ ਅੱਗੇ ਬੇਵੱਸ ਸੀ। ਬੇਗਮ ਜਾਨ ਨੇ ਮੈਨੂੰ ਉਸ ਬੰਦੇ ਕੋਲ ਜਾਣ ਲਈ ਤਿਆਰ ਕੀਤਾ ਤੇ ਨਾਲ ਹੀ ਮੇਰੀ ਮੁੱਠੀ ਵਿੱਚ ਲਸਣ ਵੀ ਫੜਾ ਦਿੱਤੀ। ਕਿਹਾ, ਇਸ ਨੂੰ ਆਪਣੀ ਧੁੰਨੀ ਤੇ ਲਾਉਣਾ ਨਾ ਭੁੱਲਣੀ। ਮੈਂ ਚੁੱਪ ਕਰਕੇ ਲਸਣ ਨੂੰ ਆਪਣੀ ਮੁੱਠੀ ਵਿੱਚ ਦਬਾਇਆ ਤੇ ਮਰੇ ਹੋਏ ਕਦਮਾਂ ਨਾਲ ਉਸ ਕਮਰੇ ਵਿੱਚ ਪਹੁੰਚ ਗਈ। ਆਦਮੀ ਨਾਲ ਚੁੱਪਚਾਪ ਰਾਤ ਬਿਤਾਈ। ਇਸ ਵਾਰ ਮੈਂ ਕੋਈ ਰੋਣਾ ਧੋਣਾ ਨਾ ਕੀਤਾ। ਬੇਗਮ ਜਾਨ ਦੀ ਗੱਲ ਸਹੀ ਸਾਬਤ ਹੋਈ। ਮੈਂ ਕੋਈ ਰੌਲਾ ਨਾ ਪਾਇਆ ਤਾਂ ਗਾਹਕ ਨੇ ਵੀ ਮੈਨੂੰ ਜ਼ਿਆਦਾ ਪਰੇਸ਼ਾਨ ਨਾ ਕੀਤਾ। ਬਿਸਤਰ ਤੇ ਜਾਣ ਤੋਂ ਪਹਿਲਾਂ ਮੈਂ ਆਪਣੀ ਧੁੰਨੀ ਤੇ ਲਸਣ ਦਾ ਰਸ ਲਗਾਇਆ ਸੀ। ਲਸਣ ਨਾਲ ਕੀ ਹੁੰਦਾ ਹੈ ਇਹ ਬੇਗਮ ਜਾਨ ਨੇ ਮੈਨੂੰ ਨਹੀਂ ਸੀ ਦੱਸਿਆ। ਹੁਣ ਹਰ ਰੋਜ਼ ਮੈਂ ਆਪਣੀ ਇੱਜ਼ਤ ਗਵਾ ਰਹੀ ਸੀ। ਮੇਰੇ ਨਾਲ ਹਰ ਰਾਤ ਇਹੀ ਸਭ ਹੋਣ ਲੱਗਿਆ। ਮੈਂ ਅਜੇ ਵੀ ਇਆਨ ਨੂੰ ਯਾਦ ਕਰਦੀ ਸੀ ਕਿ ਉਹਨੇ ਮੇਰੇ ਲਾਪਤਾ ਹੋਣ ਬਾਰੇ ਆਪਣੀ ਭੈਣ ਨੂੰ ਕੋਈ ਸਵਾਲ ਨਹੀਂ ਪੁੱਛਿਆ ਹੋਵੇਗਾ, ਕਿ ਉਹ ਕਦੇ ਮੈਨੂੰ ਲੱਭਿਆ ਹੋਵੇਗਾ, ਕਿ ਉਹ ਮੈਨੂੰ ਭੁੱਲ ਗਿਆ। ਮੈਂ ਹਮੇਸ਼ਾ ਇਹੀ ਸੋਚਦੀ ਰਹਿੰਦੀ। ਉਹ ਗਾਹਕ ਚਲਾ ਗਿਆ। ਮੈਂ ਚੁੱਪਚਾਪ ਬੇਗਮ ਜਾਨ ਦੇ ਕਮਰੇ ਵਿੱਚ ਆ ਗਈ। ਤੂੰ ਮੈਨੂੰ ਦੇਖ ਕੇ ਮੁਸਕਰਾਈ ਤੇ ਕਿਹਾ, ਗਾਹਕ ਕੋਲ ਜਾਣ ਤੋਂ ਪਹਿਲਾਂ ਆਪਣੀ ਧੁੰਨੀ ਤੇ ਲਸਣ ਦਾ ਰਸ ਲਗਾਉਣੀ ਹੈ। ਤੂੰ ਮੇਰੀ ਧੀ ਦੀ ਉਮਰ ਦੀ ਹੈ। ਮੈਂ ਤੈਨੂੰ ਧੀ ਸਮਝਦੀ ਹਾਂ, ਪਰ ਮੈਂ ਤੈਨੂੰ ਇਹਨਾਂ ਲੋਕਾਂ ਤੋਂ ਨਹੀਂ ਬਚਾ ਸਕਦੀ। ਹੁਣ ਤੇਰੀ ਪਹਿਚਾਣ ਬਦਲ ਗਈ ਹੈ। ਜੇ ਤੂੰ ਭੱਜਣ ਦੀ ਕੋਸ਼ਿਸ਼ ਵੀ ਕਰੇਂਗੀ ਤਾਂ ਵੀ ਇਹ ਸਮਾਜ ਨੇ ਤੈਨੂੰ ਨਹੀਂ ਅਪਣਾਉਣਾ, ਕਿਉਂਕਿ ਤੂੰ ਇੱਕ ਬੇਸਵਾ ਔਰਤ ਬਣ ਗਈ ਹੈ। ਮੈਨੂੰ ਇੱਥੇ ਰਹਿੰਦੇ 8 ਮਹੀਨੇ ਬੀਤ ਚੁੱਕੇ ਸਨ। ਮੈਂ ਇਸ ਕੰਮ ਦੀ ਆਦੀ ਹੋ ਗਈ ਸੀ। ਹੁਣ ਮੈਨੂੰ ਪਤਾ ਸੀ ਕਿ ਮੇਰਾ ਗਾਹਕ ਮੇਰਾ ਇੰਤਜ਼ਾਰ ਕਰ ਰਿਹਾ ਹੈ। ਹੁਣ ਮੈਂ ਖੁਦ ਹੀ ਆਪਣੇ ਆਪ ਨੂੰ ਤਿਆਰ ਕਰ ਲੈਂਦੀ। ਮੈਂ ਜੋ ਕਦੇ ਇਆਨ ਦੀ ਦੁਲਹਨ ਬਣਨ ਦੇ ਸੁਪਨੇ ਦੇਖਦੀ ਸੀ, ਅੱਜ ਕੱਲ੍ਹ ਹਰ ਰੋਜ਼ ਨਵੇਂ ਆਦਮੀ ਦੀ ਦੁਲਹਨ ਬਣ ਰਹੀ ਸੀ। ਪਰ ਬੇਗਮ ਜਾਨ ਮੈਨੂੰ ਲਸਣ ਫੜਾਉਣਾ ਨਾ ਭੁੱਲਦੀ। ਮੈਂ 1-2 ਵਾਰ ਇਸ ਬਾਰੇ ਬੇਗਮ ਜਾਨ ਨੂੰ ਪੁੱਛਿਆ ਕਿ ਇਹ ਰਸਮ ਕੀ ਹੁੰਦੀ ਹੈ, ਇਹ ਕਿਉਂ ਦਿੰਦੇ ਹੋ। ਉਹ ਹਰ ਵਾਰ ਮੈਨੂੰ ਇਹੀ ਕਹਿ ਦਿੰਦੀ, ਜਦੋਂ ਸਹੀ ਸਮਾਂ ਆਵੇਗਾ ਤੈਨੂੰ ਆਪਣੇ ਆਪ ਪਤਾ ਲੱਗ ਜਾਏਗਾ। ਮੈਂ ਪਿਛਲੇ ਕਾਫੀ ਦਿਨਾਂ ਤੋਂ ਦੇਖ ਰਹੀ ਸੀ ਕਿ ਬੇਗਮ ਜਾਨ ਬਿਮਾਰ ਸੀ। ਉਹ ਆਪਣਾ ਇਲਾਜ ਵੀ ਨਹੀਂ ਸੀ ਕਰਾ ਰਹੀ। ਸਾਇਰਾ ਬਾਨੋ ਨੇ ਕਿਹਾ, ਰਾਤ ਨੂੰ ਤਿਆਰ ਰਹੀਂ, ਇੱਕ ਗਾਹਕ ਤੇਰੇ ਕੋਲ ਆਵੇਗਾ। ਇਹ ਕਹਿ ਕੇ ਉਹ ਕਮਰੇ 'ਚੋਂ ਚਲੀ ਗਈ। ਮੈਂ ਤਿਆਰ ਹੋਣ ਲੱਗੀ ਕਿਉਂਕਿ ਮੈਨੂੰ ਹੁਣ ਇਸ ਦੁਨੀਆ ਦੀ ਆਦਤ ਹੋ ਗਈ ਸੀ। ਬੇਗਮ ਜਾਨ ਫਿਰ ਮੇਰੇ ਕੋਲੇ ਆਈ ਤੇ ਮੈਨੂੰ ਲਸਣ ਦਿੱਤਾ। ਮੈਂ ਅੱਜ ਸੋਚਾਂ ਵਿੱਚ ਗਵਾਚ ਗਈ ਕਿ ਬੇਗਮ ਜਾਨ ਮੈਨੂੰ ਲਸਣ ਕਿਉਂ ਦਿੰਦੀ ਹੈ। ਅੱਜ ਮੈਂ ਇਸ ਸਵਾਲ ਦਾ ਜਵਾਬ ਪੁੱਛ ਕੇ ਹੀ ਰਵਾਂਗੀ। ਪਰ ਗਾਹਕ ਕੋਲ ਜਾਣਾ ਸੀ, ਦੇਰ ਹੋ ਰਹੀ ਸੀ। ਇਸ ਲਈ ਮੈਂ ਸੋਚਿਆ ਜਦੋਂ ਮੈਂ ਵਾਪਸ ਆਵਾਂਗੀ ਤਾਂ ਮੈਂ ਉਹਨੂੰ ਇਹ ਸਵਾਲ ਪੁੱਛਾਂਗੀ। ਮੈਂ ਗਾਹਕ ਦੇ ਕਮਰੇ ਵਿੱਚ ਪਹੁੰਚ ਗਈ, ਪਰ ਮੈਂ ਪਹਿਲਾਂ ਹੀ ਧੁੰਨੀ ਤੇ ਲਸਣ ਦਾ ਰਸ ਲਗਾ ਲਿਆ ਸੀ। ਮੈਨੂੰ ਯਕੀਨ ਸੀ ਕਿ ਇਹਦੇ ਪਿੱਛੇ ਜ਼ਰੂਰ ਕੁਝ ਖਾਸ ਹੈ। ਮੇਰੇ ਦਿਮਾਗ ਵਿੱਚ ਲਸਣ ਦੀ ਗੱਲ ਬਾਰ-ਬਾਰ ਘੁੰਮ ਰਹੀ ਸੀ। ਇਸ ਬਾਰੇ ਮੈਨੂੰ ਕੋਈ ਦੱਸ ਸਕਦਾ ਸੀ ਤਾਂ ਉਹ ਸਿਰਫ ਬੇਗਮ ਜਾਨ ਸੀ। ਮੈਂ ਜਿਵੇਂ ਹੀ ਕਮਰੇ ਵਿੱਚ ਪਹੁੰਚੀ, ਮੇਰੀਆਂ ਅੱਖਾਂ ਖੁੱਲ੍ਹੀਆਂ ਹੀ ਰਹਿ ਗਈਆਂ, ਕਿਉਂਕਿ ਕਮਰੇ ਵਿੱਚ ਮੌਜੂਦ ਵਿਅਕਤੀ ਕੋਈ ਹੋਰ ਨਹੀਂ ਸਗੋਂ ਇਆਨ ਸੀ, ਜੋ ਸ਼ਰਾਬੀ ਹਾਲਤ ਵਿੱਚ ਬੈੱਡ ਤੇ ਬੈਠਾ ਸੀ। ਜਿਵੇਂ ਹੀ ਉਹਨੇ ਮੈਨੂੰ ਦੇਖਿਆ ਤਾਂ ਉਹ ਖੁਸ਼ੀ ਨਾਲ ਉੱਛਲ ਕੇ ਕਹਿਣ ਲੱਗਿਆ, ਸਿਮਰਨ, ਤੂੰ ਇੱਥੇ ਕੀ ਕਰ ਰਹੀ ਹੈ? ਮੈਂ ਤੈਨੂੰ ਕਿੱਥੇ ਕਿੱਥੇ ਨਹੀਂ ਖੋਜਿਆ।
ਮੈਂ ਉਹਨੂੰ ਧੱਕਾ ਦੇ ਕੇ ਕਿਹਾ, ਮੈਂ ਸਿਮਰਨ ਨਹੀਂ, ਮੇਰਾ ਨਾਮ ਗੁਲਜਾਨ ਹੈ। ਮੇਰੇ ਵਿੱਚ ਇਹ ਕਹਿਣ ਦੀ ਹਿੰਮਤ ਨਹੀਂ ਸੀ ਕਿ ਸਿਮਰਨ ਬਣ ਕੇ ਮੈਂ ਇਆਨ ਦਾ ਸਾਹਮਣਾ ਕਰ ਸਕਾਂ। ਮੈਂ ਸਾਲਾਂ ਤੋਂ ਬੇਸਵਾਦਾ ਕੰਮ ਕਰ ਰਹੀ ਸੀ। ਇਆਨ ਨੇ ਆ ਕੇ ਮੇਰੇ ਮੋਢਿਆਂ ਤੋਂ ਫੜ ਕੇ ਹਿਲਾ ਕੇ ਕਿਹਾ, ਮੈਂ ਚੰਗੀ ਤਰ੍ਹਾਂ ਜਾਣਦਾ ਤੂੰ ਮੇਰੀ ਸਿਮਰਨ ਹੈ। ਤੂੰ ਇੱਥੇ ਕਿਵੇਂ ਪਹੁੰਚੀ? ਮੇਰੀ ਭੈਣ ਨੇ ਤਾਂ ਮੈਨੂੰ ਕਿਹਾ ਸੀ ਤੂੰ ਕਿਸੇ ਮੁੰਡੇ ਨਾਲ ਭੱਜ ਗਈ। ਮੇਰੇ ਹੋਸ਼ ਉੱਡ ਗਏ ਤੇ ਫਿਰ ਮੈਂ ਉਹਨੂੰ ਇੱਥੇ ਆਉਣ ਤੱਕ ਦੀ ਸਾਰੀ ਕਹਾਣੀ ਦੱਸ ਦਿੱਤੀ ਕਿ ਮੈਨੂੰ ਇੱਥੇ ਭੇਜਣ ਵਾਲਾ ਕੋਈ ਹੋਰ ਨਹੀਂ, ਸਗੋਂ ਉਹਦੀ ਆਪਣੀ ਭੈਣ ਸੀ। ਇਹ ਸੁਣ ਕੇ ਉਹ ਮੇਰੇ ਪੈਰਾਂ ਵਿੱਚ ਬੈਠ ਗਿਆ ਤੇ ਰੋਣ ਲੱਗਿਆ। ਉਹਨੇ ਮੇਰੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਉਹਨੇ ਮੈਨੂੰ ਦੱਸਿਆ ਕਿ ਜਦੋਂ ਮੇਰੀ ਭੈਣ ਨੂੰ ਸਾਡੇ ਅਫੇਅਰ ਬਾਰੇ ਪਤਾ ਲੱਗਿਆ, ਉਹ ਤੈਨੂੰ ਨਫ਼ਰਤ ਕਰਨ ਲੱਗ ਗਈ ਸੀ। ਉਹਨੇ ਆਪਣੇ ਫਾਇਦੇ ਲਈ ਅਣਪਛਾਤੇ ਵਿਅਕਤੀਆਂ ਨਾਲ ਸੰਬੰਧ ਬਣਾਉਂਦੀ ਸੀ। ਜੀਜਾ ਜੀ ਤਾਂ ਬਹੁਤਾ ਸਮਾਂ ਘਰੋਂ ਬਾਹਰ ਰਹਿੰਦੇ ਸੀ। ਮੈਨੂੰ ਜਦੋਂ ਇਹ ਪਤਾ ਲੱਗਿਆ ਤਾਂ ਮੈਂ ਤੈਨੂੰ ਕਿਸੇ ਹੋਰ ਸ਼ਹਿਰ ਲੈ ਜਾਣ ਬਾਰੇ ਸੋਚਣ ਲੱਗਿਆ। ਪਰ ਉਸ ਦਿਨ ਜਦੋਂ ਆਪਾਂ ਗੱਲਾਂ ਕਰ ਰਹੇ ਸੀ ਤਾਂ ਮੇਰੀ ਭੈਣ ਨੇ ਸੁਣ ਲਿਆ। ਉਹ ਬੰਦਾ ਜੋ ਭੈਣ ਨੂੰ ਮਿਲਣ ਆਉਂਦਾ ਸੀ, ਉਹ ਇੱਕ ਦਲਾਲ ਸੀ। ਮੈਂ ਆਪਣੀ ਭੈਣ ਦੇ ਕੰਮਾਂ ਦੀ ਚੰਗੀ ਤਰ੍ਹਾਂ ਜਾਣਦਾ ਸੀ। ਜਦੋਂ ਜੀਜਾ ਜੀ ਘਰ ਨਹੀਂ ਸੀ ਹੁੰਦੇ, ਉਹ ਦੂਜੇ ਮਰਦਾਂ ਨਾਲ ਸੰਬੰਧ ਬਣਾਉਂਦੀ ਸੀ। ਮੈਂ ਆਪਣੀ ਭੈਣ ਨੂੰ ਕਈ ਵਾਰੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਨੇ ਮੇਰੀ ਇੱਕ ਨਾ ਸੁਣੀ। ਉਸ ਦਿਨ ਵੀ ਮੈਨੂੰ ਉਸ ਬੰਦੇ ਨੂੰ ਬਾਹਰ ਦੇਖ ਕੇ ਬਹੁਤ ਗੁੱਸਾ ਆਇਆ। ਇਹ ਗੱਲ ਨੂੰ ਲੈ ਕੇ ਮੇਰੀ ਭੈਣ ਨਾਲ ਲੜਾਈ ਹੋ ਗਈ ਸੀ। ਫਿਰ ਅਗਲੇ ਹੀ ਦਿਨ ਮੇਰੀ ਭੈਣ ਨੇ ਮੈਨੂੰ ਦੱਸਿਆ ਕਿ ਤੂੰ ਕਿਸੇ ਮੁੰਡੇ ਨਾਲ ਭੱਜ ਗਈ ਹੈ। ਮੈਨੂੰ ਉਸ ਦੀ ਗੱਲ 'ਤੇ ਵਿਸ਼ਵਾਸ ਨਹੀਂ ਸੀ, ਪਰ ਜਦੋਂ ਉਹਨੇ ਇਹ ਗੱਲ ਮੈਨੂੰ ਰੋ ਰੋ ਕੇ ਦੱਸੀ, ਮੈਨੂੰ ਯਕੀਨ ਦਿਵਾਇਆ। ਫਿਰ ਵੀ ਮੈਂ ਤੈਨੂੰ ਕਈ ਥਾਵੇਂ ਲੱਭਣ ਦੀ ਕੋਸ਼ਿਸ਼ ਕੀਤੀ ਸੀ, ਪਰ ਮੈਂ ਤੈਨੂੰ ਕਿਤੇ ਨਾ ਲੱਭ ਸਕਿਆ। ਉਹਨੇ ਜੀਜਾ ਜੀ ਨੂੰ ਵੀ ਇਹੀ ਗੱਲ ਕਹੀ ਸੀ ਕਿ ਤੇਰੀ ਭਤੀਜੀ ਭੱਜ ਗਈ। ਫਿਰ ਮੈਨੂੰ ਵੀ ਮਹਿਸੂਸ ਹੋਣ ਲੱਗਿਆ ਕਿ ਤੂੰ ਮੈਨੂੰ ਧੋਖਾ ਦਿੱਤਾ ਹੈ। ਮੈਂ ਤੇਰੀ ਚਾਚੀ ਦੀ ਤਰਫੋਂ ਮਾफ़ੀ ਮੰਗਦਾ ਹਾਂ। ਉਹ ਬਹੁਤ ਬਿਮਾਰ ਹੈ ਤੇ ਮੰਜੇ 'ਤੇ ਪਈ ਹੈ। ਉਹਨੂੰ ਆਪਣੇ ਕਰਮਾਂ ਦੀ ਸਜ਼ਾ ਮਿਲ ਗਈ ਹੈ। ਇਆਨ ਰੋਂਦਾ ਰਿਹਾ। ਉਹ ਮੇਰੇ ਤੋਂ ਮਾफ़ੀ ਮੰਗਣ ਲੱਗਿਆ। ਉਹ ਮੈਨੂੰ ਲੱਭਣ ਦੀ ਬਹੁਤ ਕੋਸ਼ਿਸ਼ ਨਹੀਂ ਕਰਦਾ ਸੀ। ਇਆਨ ਮੈਨੂੰ ਆਪਣੇ ਨਾਲ ਲੈ ਕੇ ਜਾਣ ਦੀ ਜਿੱਦ ਕਰਨ ਲੱਗਿਆ, ਪਰ ਮੈਂ ਸਾਫ਼ ਇਨਕਾਰ ਕਰ ਦਿੱਤਾ। ਉਹ ਚੁੱਪਚਾਪ ਚਲਾ ਗਿਆ। ਉਹਨੇ ਜਿੱਦ ਨਹੀਂ ਕੀਤੀ, ਕਿਉਂਕਿ ਉਹ ਜਾਣਦਾ ਸੀ ਕਿ ਹੁਣ ਮੈਂ ਇੱਕ ਵੇਸਵਾ ਹਾਂ ਅਤੇ ਇਸ ਹਾਲਤ ਵਿੱਚ ਉਹ ਮੈਨੂੰ ਕਦੇ ਸਵੀਕਾਰ ਨਹੀਂ ਕਰੇਗਾ ਤੇ ਨਾ ਹੀ ਇਹ ਸਮਾਜ ਉਹਨੂੰ ਮੈਨੂੰ ਸਵੀਕਾਰ ਕਰਨ ਦੇਵੇਗਾ। ਮੇਰੀ ਬੇਵਫਾਈ ਕਰਕੇ ਉਹਦੀ ਹਾਲਤ ਅਜਿਹੀ ਹੋ ਗਈ ਸੀ। ਉਹਨੇ ਆਪਣੇ ਆਪ ਨੂੰ ਇੱਕ ਸ਼ਰਾਬੀ ਬਣਾ ਲਿਆ ਸੀ ਤੇ ਕੋਠੇ 'ਤੇ ਵੀ ਆਉਣ ਲੱਗਿਆ ਸੀ। ਉਹ ਪੂਰੀ ਰਾਤ ਕੀਤੇ ਬਿਨਾਂ ਹੀ ਸ਼ਰਮਿੰਦਾ ਹੋ ਕੇ ਉੱਥੋਂ ਚਲਾ ਗਿਆ। ਮੈਂ ਬੇਗਮ ਜਾਨ ਦੇ ਕਮਰੇ ਵਿੱਚ ਆ ਗਈ, ਪਰ ਜਿਵੇਂ ਹੀ ਮੈਂ ਬੇਗਮ ਜਾਨ ਦੇ ਕਮਰੇ ਵਿੱਚ ਗਈ, ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਉਹ ਜ਼ਮੀਨ 'ਤੇ ਬੇਹੋਸ਼ ਪਈ ਸੀ। ਜਦੋਂ ਮੈਂ ਛੋਇਆ ਤਾਂ ਉਹਦਾ ਸਰੀਰ ਠੰਡਾ ਸੀ। ਉਹ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੀ ਸੀ। ਮੇਰੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਸਨ ਰੁਕ ਰਹੇ। ਮੈਂ ਇਹ ਸਭ ਕੁਝ ਸਮਝਦੀ ਸੀ ਤੇ ਅੱਜ ਉਹ ਇਸ ਸੰਸਾਰ ਨੂੰ ਛੱਡ ਗਈ। ਪਰ ਉਹਦੀ ਮੁੱਠੀ ਵਿੱਚ ਇੱਕ ਚਿੱਠੀ ਸੀ ਜਿਸ ਉੱਤੇ ਉਹਦੀ ਪੂਰੀ ਕਹਾਣੀ ਲਿਖੀ ਸੀ ਕਿ ਉਹ ਕਿਵੇਂ ਇਸ ਕੋਠੇ 'ਤੇ ਆਈ। ਚਿੱਠੀ 'ਤੇ ਉਸਨੇ ਇਹ ਵੀ ਲਿਖਿਆ ਸੀ ਕਿ ਇਹ ਲਸਣ ਧੁੰਨੀ 'ਤੇ ਲਗਾਉਂਦੇ ਹਾਂ ਤਾਂ ਕੀ ਹੁੰਦਾ ਹੈ। ਦਰਅਸਲ ਲਸਣ ਦੇ ਇਸ ਰਸ ਨੂੰ ਧੁੰਨੀ 'ਤੇ ਲਗਾਉਣ ਨਾਲ ਔਰਤ ਕਦੇ ਵੀ ਗਰਭਵਤੀ ਨਹੀਂ ਹੁੰਦੀ ਤੇ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਦੂਰ ਰਹਿੰਦੀ ਹੈ। ਬੇਗਮ ਜਾਨ ਨੂੰ ਇਹ ਦੱਸਣ ਵਾਲਾ ਕੋਈ ਨਹੀਂ ਸੀ, ਇਸੇ ਕਰਕੇ ਉਹ ਇੰਨੀ ਬਿਮਾਰ ਹੋ ਗਈ। ਪਰ ਜਦੋਂ ਉਹਨੂੰ ਇਹ ਬਾਰੇ ਪਤਾ ਲੱਗਿਆ ਤਾਂ ਉਹਨੇ ਇਹ ਨੁਸਖਾ ਮੇਰੇ 'ਤੇ ਅਜ਼ਮਾਉਣਾ ਸ਼ੁਰੂ ਕਰ ਦਿੱਤਾ। ਉਹ ਮੇਰੀ ਸਿਹਤ ਬਾਰੇ ਬਹੁਤ ਚਿੰਤਤ ਸੀ, ਇਸ ਲਈ ਉਹ ਮੈਨੂੰ ਹਰ ਵਾਰ ਲਸਣ ਫੜਾਉਣਾ ਨਹੀਂ ਸੀ ਭੁੱਲਦੀ। ਪਰ ਦੁੱਖ ਦੀ ਗੱਲ ਇਹ ਸੀ ਕਿ ਬੇਗਮ ਜਾਨ ਤਾਂ ਦੁਨੀਆ ਤੋਂ ਚਲੀ ਗਈ ਸੀ ਤੇ ਹੁਣ ਮੈਂ ਇਸ ਕੋਠੇ 'ਤੇ ਆਪਣੀ ਬਚੀ ਹੋਈ ਜ਼ਿੰਦਗੀ ਗੁਜ਼ਾਰ ਰਹੀ ਸੀ। ਪਰ ਅੱਜ ਵੀ ਮੈਂ ਬੇਗਮ ਜਾਨ ਨੂੰ ਯਾਦ ਕਰਦੀ ਹਾਂ, ਜਿਸ ਨੂੰ ਮੇਰੀ ਬਹੁਤ ਫਿਕਰ ਸੀ। ਲਸਣ ਦਾ ਰਸ ਧੁੰਨੀ 'ਤੇ ਲਾਉਣ ਨਾਲ ਅੱਜ ਤੱਕ ਮੈਨੂੰ ਕੋਈ ਬਿਮਾਰੀ ਨਹੀਂ ਹੋਈ ਤੇ ਨਾ ਹੀ ਮੈਂ ਗਾਹਕ ਤੋਂ ਪ੍ਰੈਗਨੈਂਟ ਹੋਈ। ਦੋਸਤੋ, ਉਮੀਦ ਹੈ ਤੁਹਾਨੂੰ ਇਹ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ, ਲਾਈਕ ਸ਼ੇਅਰ ਕਰਿਓ। ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਨੋਟੀਫਿਕੇਸ਼ਨ ਘੰਟੀ ਨੂੰ ਜ਼ਰੂਰ ਦਬਾਇਓ ਤਾਂ ਜੋ ਅਗਲਾ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ। ਧੰਨਵਾਦ।